पंजाब यूनिवर्सिटी चंडीगढ़ ਦੇ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਘੁਟਾਲੇ ਅਤੇ ਕੱਪੜਿਆਂ ਬਾਬਤ ਅਸੀਂ ਕਈ ਖਬਰਾਂ ਪਹਿਲਾਂ ਹੀ ਨਸ਼ਰ ਕਰ ਚੁੱਕੇ ਹਾਂ ਤੇ ਹੋਰ ਕਈ ਖਬਰਾਂ ਹੋਣੀਆਂ ਹਲੇ ਬਾਕੀ ਨੇ। ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇੱਕ ਨਵਾਂ ਮਾਮਲਾ, ਇੱਕ ਨਵੀਂ ਖਬਰ। ਫਰਕ ਸਿਰਫ ਇੰਨਾ ਹੈ ਕਿ ਜਿਹੜੀਆਂ ਖਬਰਾਂ ਜਾਂ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਅਸੀਂ ਪਹਿਲਾਂ ਉਜਾਗਰ ਕੀਤੇ ਨੇ ਉਹਨਾਂ ਦੇ ਵਿੱਚ ਇੱਕ ਜਾਂ ਦੋ ਬੰਦੇ ਹੀ ਸੂਤਰਧਾਰ ਹੁੰਦੇ ਰਹੇ ਨੇ, ਪਰ ਜਿਹੜੀ ਕਹਾਣੀ ਅੱਜ ਹੈ ਉਹ ਥੋੜੀ ਵੱਖਰੀ ਹੈ। ਪਹਿਲਾਂ ਮਾਮਲਿਆਂ ਦੇ ਵਿੱਚ ਜਿਵੇਂ ਮਿਸਾਲੀਆ ਤੌਰ ਤੇ ਤੁਹਾਨੂੰ ਦੱਸੀਏ, DAV ਕਾਲਜ ਚੰਡੀਗੜ੍ਹ ਦੇ ਵਿੱਚ ਸਾਬਕਾ ਪ੍ਰਿੰਸੀਪਲ BC ਜੌਹਸਨ ਦੀ ਬੇਟੀ ਮੈਡਮ ਮਨਦੀਪ ਜੌਹਸਨ ਬਤੌਰ ਅਸਿਸਟੈਂਟ ਪ੍ਰੋਫੈਸਰ ਇੱਕ ਦਹਾਕੇ ਤੋਂ ਪੜ੍ਹਾ ਰਹੇ ਨੇ। ਇਸ ਦੇ ਬਾਵਜੂਦ ਕਿ ਉਹਨਾਂ ਦੇ ਕੋਲ ਨਕਲੀ ਡਿਗਰੀ ਹੈ PhD ਦੀ, ਪਰ ਨਾ ਤਾਂ ਸਰਕਾਰ ਕੁਝ ਕਹਿੰਦੀ ਹੈ ਤੇ ਨਾ ਹੀ ਪੰਜਾਬ ਯੂਨੀਵਰਸਿਟੀ ਇੰਨੀ ਕੁ ਹਿੰਮਤ ਰੱਖਦੀ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਦੂਜੇ ਪਾਸੇ ਜਾਂ ਦੂਜਾ ਮਾਮਲਾ UBS ਦੇ ਵਿੱਚ ਪ੍ਰੋਫੈਸਰ ਮੀਨਾ ਸ਼ਰਮਾ ਦਾ ਬੇਟਾ ਗਾਰਵਿਤ ਸ਼ਰਮਾ ਐਲੀਜੀਬਲ ਨਾ ਹੋਣ ਦੇ ਬਾਵਜੂਦ ਵੀ MBA ਦੇ ਵਿੱਚ ਐਡਮਿਸ਼ਨ ਵੀ ਲੈ ਲੈਂਦਾ ਹੈ ਤੇ ਐਡਮਿਸ਼ਨ ਲੈ ਕੇ 2 ਸਾਲ MBA ਦੀ ਪੜ੍ਹਾਈ ਵੀ ਪੂਰੀ ਕਰ ਲੈਂਦਾ ਹੈ। ਪਰ ਕਈ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ, ਚਾਂਸਲਰ ਵੱਲੋਂ ਚਿੱਠੀਆਂ ਆਉਣ ਦੇ ਬਾਵਜੂਦ ਵੀ ਮੋਟੀ ਚਮੜੀ ਵਾਲੇ ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਚੁੱਪ ਕਰਕੇ ਬੈਠੇ ਨੇ। ਤੇ ਇੱਕ ਹੋਰ ਜਿਹੜਾ ਮਾਮਲਾ ਸੀ, ਤੀਜਾ ਮਾਮਲਾ, ਕੰਸਟਰਕਸ਼ਨ ਡਿਪਾਰਟਮੈਂਟ ਦੇ ਵਿੱਚ ਸੀਮੈਂਟ ਸਕੈਮ ਹੋਇਆ। ਤਕਰੀਬਨ 3 ਦਹਾਕੇ ਬੀਤ ਚੁੱਕੇ ਨੇ, 30 ਸਾਲ, ਪਰ ਸੀਮੈਂਟ ਸਕੈਮ ਦੇ ਜਿਹੜੇ ਸੂਤਰਧਾਰ ਸਨ RK ਰਾਏ ਸਾਹਿਬ, 30 ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਨੇ ਉਹਨਾਂ ਦੇ ਖਿਲਾਫ ਐਕਸ਼ਨ ਤਾਂ ਕੀ ਲੈਣਾ ਸੀ। ਸੀਮੈਂਟ ਸਕੈਮ ਦੀ ਰਿਪੋਰਟ ਨਹੀਂ ਲੱਭ ਰਹੀ, ਫਾਈਲਾਂ ਨਹੀਂ ਲੱਭ ਰਹੀਆਂ। ਖੈਰ ਇਹ ਤਾਂ ਸੀ ਉਹ ਮਾਮਲੇ, ਮਿਸਾਲੀਆ ਮਾਮਲੇ ਜਿਨ੍ਹਾਂ ਦੇ ਵਿੱਚ ਸੂਤਰਧਾਰ ਇੱਕ ਜਾਂ ਦੋ ਬੰਦੇ ਸੀ। ਪਰ ਅੱਜ ਦੀ ਕਹਾਣੀ ਦੇ ਵਿੱਚ ਜਾਂ ਅੱਜ ਦੇ ਇਸ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਤਾਲੁਕ ਰੱਖਦੇ ਸੈਂਕੜੇ ਕਾਲਜ ਸ਼ਾਮਲ ਨੇ। ਉਹ ਕਿਵੇਂ, ਗੱਲਬਾਤ ਕਰਾਂਗੇ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ RK ਸਿੰਗਲਾ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਿੰਗਲਾ ਸਾਹਿਬ, ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ ਦ ਖਬਰਸਾਰ ਤੇ। ਬਹੁਤ ਬਹੁਤ ਸ਼ੁਕਰੀਆ ਠਾਕੁਰ ਸਾਹਿਬ। ਸਿੰਗਲਾ ਸਾਹਿਬ, ਪਹਿਲਾ ਸੂਤਰਧਾਰ ਇੱਕ ਜਾਂ ਦੋ ਹੁੰਦੇ ਸੀ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਕੀਤੇ ਗਏ ਨੇ ਪੰਜਾਬ ਯੂਨੀਵਰਸਿਟੀ ਦੇ ਬਾਬਤ। ਤੁਸੀਂ ਦੱਸਿਆ ਵੀ ਅੱਜ ਦੀ ਇਸ ਕਹਾਣੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਤਾਲੁਕ ਰੱਖਦੇ ਜਾਂ ਐਫੀਲੀਏਸ਼ਨ ਰੱਖਦੇ ਸੈਂਕੜੇ ਕਾਲਜ ਸ਼ਾਮਲ ਨੇ। ਉਹ ਕਿਵੇਂ? ਇਹ ਮਾਮਲਾ ਹੈ ਚੰਡੀਗੜ੍ਹ ਦੇ ਨਾਲ ਅਫੀਲੀਏਟਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਅਫੀਲੀਏਟਡ 202 ਕਾਲਜਾਂ ਦਾ ਹੈ। ਇਹਨਾਂ ਕਾਲਜਾਂ ਦੇ ਵਿੱਚ ਮਾਪਦੰਡ ਨਿਰਧਾਰਿਤ ਕੀਤੇ ਹੋਏ ਨੇ ਯੂਨੀਵਰਸਿਟੀ ਨੇ, ਜਿਨ੍ਹਾਂ ਨੂੰ ਉਹਨਾਂ ਨੇ ਫੋਲੋ ਕਰਨਾ ਹੁੰਦਾ ਹੈ। ਚਾਹੇ ਉਹ ਟੀਚਰਸ ਦੀ ਕੁਆਲੀਫਿਕੇਸ਼ਨ ਹੋਵੇ, ਚਾਹੇ ਉਹ ਪੜ੍ਹਾਈ ਦੇ ਕੁਝ ਸਟੈਂਡਰਡ ਹੋਣ ਜਾਂ ਪੈਸੇ ਦਾ ਇਸਤੇਮਾਲ ਹੋਵੇ। ਪਰ ਅਕਸਰ ਦੇਖਿਆ ਗਿਆ ਹੈ ਕਿ ਕਾਲਜ ਇਹਨਾਂ ਰੂਲ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦੇ, ਇਹਨਾਂ ਸਟੈਂਡਰਡਸ ਨੂੰ ਮੇਨਟੇਨ ਨਹੀਂ ਕਰਦੇ। ਇਸ ਕਰਕੇ ਜਿਹੜੀ ਅੱਜ ਦਾ ਇਹ ਮਾਮਲਾ ਹੈ, ਇਹ RTI ਪਾ ਕੇ ਮੈਂ ਪੰਜਾਬ ਯੂਨੀਵਰਸਿਟੀ ਦੀ ਕਾਲਜ ਬ੍ਰਾਂਚ ਤੋਂ ਉਹ ਰਿਕਾਰਡ ਮੰਗੇ ਸੀ, ਜਿਹਦੇ ਨਾਲ ਮੈਂ ਚੈੱਕ ਕਰ ਸਕਾਂ ਕਿ ਕਾਲਜਾਂ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਠੀਕ ਤੇ ਕਾਨੂੰਨ ਦੇ ਮੁਤਾਬਕ ਚੱਲ ਰਹੀ ਹੈ ਜਾਂ ਨਹੀਂ। ਤਾਂ ਮਿਲ ਗਿਆ RTI ਦੇ ਵਿੱਚ ਜਵਾਬ ਮਿਲ ਗਿਆ ਹੁਣ? ਨਹੀਂ, ਇਹਦੇ ਵਿੱਚ ਜਵਾਬ ਤਾਂ ਦੇਣਾ ਬਹੁਤ ਦੂਰ ਦੀ ਗੱਲ ਹੈ, ਬਲਕਿ RTI ਦੇ ਕਾਨੂੰਨ ਦੀਆਂ ਬਹੁਤ ਬੁਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਇਸ ਕਾਲਜਸ ਬ੍ਰਾਂਚ ਦੇ ਡਿਪਟੀ ਰਜਿਸਟਰਾਰ ਮਿਸਟਰ ਸੁਰਜੀਤ ਠਾਕੁਰ ਨੇ। ਸਰ, ਤੁਸੀਂ ਕਾਲਜਸ ਬ੍ਰਾਂਚ ਪੰਜਾਬ ਯੂਨੀਵਰਸਿਟੀ ਨੂੰ ਹੀ RTI ਕਿਉਂ ਪਾਈ? ਜੇ ਤੁਸੀਂ ਕਾਲਜਾਂ ਬਾਰੇ ਜਾਣਕਾਰੀ ਲੈਣੀ ਸੀ, ਸਿੱਧਾ ਤੁਸੀਂ ਕਾਲਜਾਂ ਨੂੰ ਚਿੱਠੀ ਪਾ ਦਿੰਦੇ। ਇਹਦੇ ਵਿੱਚ ਕਾਰਨ ਇਹ ਹੈ, ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਪੰਜਾਬ ਯੂਨੀਵਰਸਿਟੀ ਡਿਗਰੀਆਂ ਦਿੰਦੀ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਸਟੂਡੈਂਟਸ ਨੇ। ਇੱਕ ਉਹ ਜਿਹੜੇ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਪੜ੍ਹਦੇ ਨੇ, ਤੇ ਦੂਸਰੀ ਉਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੇ 202 ਕਾਲਜਾਂ ਦੇ ਵਿੱਚ ਪੜ੍ਹਦੇ ਨੇ। ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਸਟੂਡੈਂਟਸ ਦੀ ਗਿਣਤੀ ਕਾਫੀ ਘੱਟ ਹੈ, ਤੇ ਮੇਨ ਸਟੂਡੈਂਟਸ ਜਿਨ੍ਹਾਂ ਨੂੰ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ ਇਹ ਉਹ ਨੇ ਜਿਹੜੇ ਕਾਲਜਾਂ ਤੋਂ ਆਉਂਦੇ ਨੇ। ਹਾਲਾਂਕਿ ਮੈਂ ਕਾਲਜਸ ਦੇ ਵਿੱਚ ਕਾਫੀ RTI ਐਪਲੀਕੇਸ਼ਨ ਪਾਈਆਂ, ਸਵਾਲਾਂ ਦੇ ਜਵਾਬ ਮੰਗੇ, ਇਨਫੋਰਮੇਸ਼ਨ ਮੰਗੀ ਤਕਰੀਬਨ, ਕਿਉਂਕਿ ਕਾਲਜਾਂ ਦੇ ਵਿੱਚ ਉਹੀ ਲੋਕ ਪ੍ਰਿੰਸੀਪਲ ਨੇ, ਉਹੀ ਰੂਲਸ ਰੈਗੂਲੇਸ਼ਨ ਦੇ ਧੱਜੇ ਉਡਾ ਰਹੇ, ਉਹੀ ਘਪਲੇ ਤੇ ਘੁਟਾਲੇ 'ਚ ਸ਼ਾਮਲ ਨੇ, ਤੇ ਉਹਨਾਂ ਨੇ ਸੂਚਨਾ ਦੇਣੀ ਹੁੰਦੀ ਹੈ। ਔਰ ਇਸ ਕਰਕੇ ਅਕਸਰ ਉਹ ਸੂਚਨਾ ਦੇਣ ਤੋਂ ਭੱਜਦੇ ਨਜ਼ਰ ਆਉਂਦੇ ਨੇ। ਫਿਰ ਮੇਰੇ ਖਿਆਲ ਆਇਆ ਕਿ ਕਿਉਂਕਿ ਅਸੀਂ ਉਹਨਾਂ ਹਰ ਇੱਕ ਇਨਫੋਰਮੇਸ਼ਨ ਨੂੰ ਛੱਡੋ, ਕੁਝ ਕੁ ਸਟੈਂਡਰਡ ਨੂੰ ਮੇਨਟੇਨ ਕਰਨ ਲਈ ਤਾਂ ਇਨਫੋਰਮੇਸ਼ਨ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨੂੰ ਦੇਣੀ ਪੈਂਦੀ ਹੈ, ਤਾਂ ਕਿਉਂ ਨਾ ਕਾਲਜਾਂ ਤੋਂ ਮੰਗਣ ਦੀ ਬਜਾਏ ਸਿਰਫ ਉਹਨਾਂ ਰਿਕਾਰਡਾਂ 'ਤੇ ਹੀ ਫਿਲਹਾਲ ਜ਼ੋਰ ਦਿੱਤਾ ਜਾਵੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਕਬਜ਼ੇ 'ਚ ਨੇ, ਤੇ ਜਿਹੜੇ ਇਸ ਚੀਜ਼ ਨੂੰ ਸਾਬਤ ਕਰਦੇ ਨੇ ਕਿ ਕੀ ਇਹਨਾਂ ਕਾਲਜਾਂ ਦੇ ਵਿੱਚ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ, ਕੀ ਪੈਸੇ ਦਾ ਦੁਰਉਪਯੋਗ ਤਾਂ ਨਹੀਂ ਹੋ ਰਿਹਾ, ਕੀ ਪੜ੍ਹਾਉਣ ਵਾਲੇ ਵਿਅਕਤੀ ਬਕਾਇਦਾ ਪ੍ਰੋਸੀਜਰ ਨਾਲ ਸਿਲੈਕਟ ਹੋਏ ਨੇ ਤੇ ਉਹਨਾਂ ਦੀ ਕੁਆਲੀਫਿਕੇਸ਼ਨਾਂ ਵੀ ਠੀਕ ਠਾਕ ਨੇ। ਤਾਂ ਇਸ ਕਰਕੇ ਰਿਕਾਰਡ ਕਾਲਜਾਂ ਤੋਂ ਨਾ ਮੰਗਦੇ ਹੋਏ ਡਾਇਰੈਕਟ ਪੰਜਾਬ ਯੂਨੀਵਰਸਿਟੀ ਦੀ ਕਾਲਜਸ ਬ੍ਰਾਂਚ ਤੋਂ ਮੰਗੇ ਗਏ, ਉੱਥੋਂ ਦੇ ਡਿਪਟੀ ਰਜਿਸਟਰਾਰ ਤੋਂ। ਚੰਗੀ ਗੱਲ ਹੈ ਤੁਸੀਂ ਉੱਥੋਂ ਮੰਗੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦੀ ਡਿਊਟੀ ਵੀ ਬਣਦੀ ਹੈ ਨਾ, ਜੇ ਐਫੀਲੀਏਸ਼ਨ ਤੁਸੀਂ ਦਿੱਤੀ ਹੈ ਤਾਂ ਚੈੱਕ ਰੱਖਣਾ ਵੀ ਜ਼ਰੂਰੀ ਹੈ ਕਿ ਐਫੀਲੀਏਸ਼ਨ ਦੀਆਂ ਸਾਰੀਆਂ ਸ਼ਰਤਾਂ ਨੂੰ ਕਾਲਜ ਜਿਹੜੇ ਨੇ ਉਹ ਪੂਰਾ ਕਰਦੇ ਵੀ ਨੇ ਜਾਂ ਫਿਰ ਨਹੀਂ ਕਰਦੇ।
ਲੇਕਿਨ ਤੁਸੀਂ ਕਹਿ ਰਹੇ ਹੋ ਕਿ ਡਿਪਟੀ ਰਜਿਸਟਰਾਰ ਜੋ ਸੁਰਜੀਤ ਠਾਕੁਰ ਨੇ ਕਾਲਜਸ ਬ੍ਰਾਂਚ ਤੇ ਵੀ ਉਹਨਾਂ ਨੇ ਧੱਜੀਆਂ ਉਡਾਈਆਂ ਨੇ ਆਰਟੀਆਈ ਐਕਟ ਦੀਆਂ ਜਾਂ ਆਰਟੀਆਈ ਦੀਆਂ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ? ਇਹਦੇ ਵਿੱਚ ਮੈਂ ਤੁਹਾਡੇ ਕੋਲ ਜ਼ਿਕਰ ਕਰ ਸਕਦਾ ਹਾਂ ਅੱਜ ਦੇ ਇਸ ਮਾਮਲੇ ਦੇ ਵਿੱਚ ਸਿਰਫ ਇੱਕ ਐਪਲੀਕੇਸ਼ਨ ਦਾ। ਵੈਸੇ ਤਾਂ ਮੈਂ ਬਹੁਤ ਐਪਲੀਕੇਸ਼ਨ ਪਾਈਆਂ ਤੇ ਹਰ ਇੱਕ ਚੀਜ਼ ਧੱਜੀਆਂ ਉਡਾਈਆਂ, ਪਰ ਮਾਮਲਾ ਬਹੁਤ ਲੰਬਾ ਹੋ ਜਾਏਗਾ, ਇਸ ਕਰਕੇ ਅਸੀਂ ਇੱਕ ਐਪਲੀਕੇਸ਼ਨ ਦੇ ਨਾਲ ਸਟਾਰਟ ਕਰਦੇ ਹਾਂ। ਇਹਦੇ ਵਿੱਚ ਮੈਂ ਇੱਕ ਸਿੰਪਲ ਜੀ ਇੱਕ ਇਨਫੋਰਮੇਸ਼ਨ ਮੰਗੀ ਸੀ। ਪੰਜਾਬ ਯੂਨੀਵਰਸਿਟੀ ਕੈਲੰਡਰ ਵੋਲਿਊਮ 1 ਜੋ ਹੈ ਉਹਦੇ ਵਿੱਚ ਚੈਪਟਰ 8A ਹੈ ਅਫੀਲੀਏਟਡ ਕਾਲਜਸ ਨਾਲ ਸੰਬੰਧਿਤ, ਜਿਹਦੇ ਵਿੱਚ ਕੰਡੀਸ਼ਨਸ ਆਫ ਅਫੀਲੀਏਸ਼ਨ ਦਿੱਤੀਆਂ, ਉਹ ਸ਼ਰਤਾਂ ਜਿਹੜੀਆਂ ਕਿਸੇ ਵੀ ਕਾਲਜ ਨੂੰ ਮੰਨਣੀਆਂ ਪੈਣੀਆਂ ਜੇ ਉਹਨਾਂ ਨੇ ਐਫੀਲੀਏਸ਼ਨ ਲੈਣੀ ਹੈ ਜਾਂ ਲਈ ਹੋਈ ਐਫੀਲੀਏਸ਼ਨ ਨੂੰ ਬਰਕਰਾਰ ਰੱਖਣਾ। ਕਿਉਂਕਿ ਕਾਲਜ ਤੇ ਪ੍ਰਾਈਵੇਟ ਕੋਚਿੰਗ ਸ਼ਾਪ 'ਚ ਇਹੀ ਫਰਕ ਹੈ ਕਿ ਪ੍ਰਾਈਵੇਟ ਜਿਹੜੇ ਸੰਸਥਾਨ ਨੇ ਉਹਨਾਂ ਕੋਲ ਯੂਨੀਵਰਸਿਟੀ ਦੀ ਐਫੀਲੀਏਸ਼ਨ ਨਹੀਂ ਹੁੰਦੀ ਤੇ ਉਹਨਾਂ ਦੇ ਬੱਚੇ ਯੂਨੀਵਰਸਿਟੀ ਦੇ ਐਗਜ਼ਾਮ 'ਚ ਬੈਠ ਨਹੀਂ ਸਕਦੇ, ਜਦ ਕਿ ਇਹਨਾਂ ਕਾਲਜਾਂ ਦੇ ਕੋਲ ਐਫੀਲੀਏਸ਼ਨ ਹੈ, ਇਹਨਾਂ ਦੇ ਬੱਚੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਗਜ਼ਾਮ 'ਚ ਬੈਠ ਸਕਦੇ ਨੇ ਤੇ ਡਿਗਰੀਆਂ ਲੈ ਸਕਦੇ ਨੇ। ਇਸੇ ਕਰਕੇ ਇਹਨਾਂ ਨੂੰ ਇਹਨਾਂ ਨਿਯਮਾਂ ਨੂੰ ਨਿਰਧਾਰਤ ਮਾਪਦੰਡਾਂ ਨੂੰ ਫੋਲੋ ਕਰਨਾ ਪੈਂਦਾ ਹੈ। ਤਾਂ ਜਿਸ ਨਿਯਮ ਦੀ ਮੈਂ ਪਹਿਲਾਂ ਗੱਲ ਕਰ ਰਿਹਾ ਉਹ ਹੈ ਕਿ ਮੈਂ ਇਹਨਾਂ ਨੂੰ ਇਹ ਪੁੱਛਿਆ ਸੀ, ਸਭ ਤੋਂ ਪਹਿਲਾਂ ਤਾਂ ਹੈ ਕਾਲਜ ਦੀ ਗਵਰਨਿੰਗ ਬਾਡੀ ਮੈਨੇਜਿੰਗ ਕਮੇਟੀ ਜਿਹੜੀ ਕਾਲਜ ਦਾ ਪ੍ਰਬੰਧਨ ਕਰਦੀ ਹੈ। ਉਹਦੇ ਵਿੱਚ ਇਸ ਜਿਸ ਚੈਪਟਰ ਦੀ ਮੈਂ ਗੱਲ ਕਰ ਰਿਹਾ ਇਹਦੇ ਵਿੱਚ ਦੋ ਰੈਗੂਲੇਸ਼ਨ ਨੇ, ਰੈਗੂਲੇਸ਼ਨ 2A ਤੇ ਰੈਗੂਲੇਸ਼ਨ 15A। ਦੋ ਇਹਦੇ ਵਿੱਚ ਕਹਿੰਦੇ ਕਿ ਜਦੋਂ ਤੁਸੀਂ ਪਹਿਲੀ ਵਾਰ ਕਾਲਜ ਐਫੀਲੀਏਸ਼ਨ ਲਏਗਾ ਤਾਂ ਆਪਾਂ ਨੂੰ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨੂੰ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰਸ ਦੀ ਲਿਸਟ ਜਮ੍ਹਾਂ ਕਰਵਾਉਣੀ ਪਏਗੀ। ਤੇ 15A ਕਹਿੰਦਾ ਹੈ ਕਿ ਹਰ ਸਾਲ ਯਾਨੀ ਕਿ ਫਰੋਮ ਟਾਈਮ ਟੂ ਟਾਈਮ ਪੰਜਾਬ ਯੂਨੀਵਰਸਿਟੀ ਨੂੰ ਸਾਰੇ ਕਾਲਜ ਇਹ ਜਮ੍ਹਾਂ ਕਰਾਉਣਗੇ ਕਿ ਕੀ ਉਹਨਾਂ ਦੀ ਮੈਨੇਜਿੰਗ ਕਮੇਟੀ ਦੇ ਵਿੱਚ ਕੋਈ ਚੇਂਜਸ ਆਈਆਂ ਜਿਹੜੀਆਂ ਕਿ ਹਰ ਸਾਲ 2 ਸਾਲ ਬਾਅਦ ਆਉਂਦੀਆਂ ਰਹਿੰਦੀਆਂ। ਸੋ ਇਸ ਐਪਲੀਕੇਸ਼ਨ ਦੇ ਵਿੱਚ ਮੈਂ ਜੋ ਸਿੰਪਲ ਇਨਫੋਰਮੇਸ਼ਨ ਮੰਗੀ ਸੀ ਕਿ ਮੈਨੂੰ ਉਸ ਕਮੇਟੀ ਦੇ ਮੈਂਬਰਾਂ ਦੇ ਨਾਂ ਦੱਸੇ ਜਾਣ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਐਫੀਲੀਏਟਡ ਕਾਲਜਾਂ ਨੂੰ ਚਲਾ ਰਹੇ ਨੇ, ਕਿਉਂਕਿ ਨੰਬਰ 1 ਇਹਨਾਂ ਨੇ ਕਾਲਜ ਨੂੰ ਚਲਾਉਣਾ ਹੁੰਦਾ ਹੈ, ਨੰਬਰ 2 ਇਹਨਾਂ ਨੇ ਯੂਨੀਵਰਸਿਟੀ ਦੁਆਰਾ ਨਿਰਧਾਰਿਤ ਜਾਂ ਗਵਰਨਮੈਂਟ ਜਾਂ ਯੂਸੀ ਦੁਆਰਾ ਨਿਰਧਾਰਿਤ ਮਾਪਦੰਡਾਂ ਨੂੰ ਫੋਲੋ ਕਰਨਾ ਹੁੰਦਾ ਹੈ, ਤੇ ਨੰਬਰ 3 ਇਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਹੀ ਸਰਕਾਰ ਪਬਲਿਕ ਮਨੀ ਦੇ ਵਿੱਚੋਂ 95% ਗ੍ਰਾਂਟ ਇਹਨਾਂ ਨੂੰ ਦਿੰਦੀ ਹੈ। ਸੋ ਆਫਟਰ ਆਲ ਇਹਨਾਂ ਦਾ ਬੜਾ ਅਹਿਮ ਰੋਲ ਹੈ ਕਾਲਜ ਦੇ ਵਿੱਚ, ਤੇ ਪਬਲਿਕ ਜਾਣਨਾ ਚਾਹੇਗੀ ਕਿ ਇਹ ਲੋਕ ਕੌਣ ਨੇ, ਇਹਨਾਂ ਦੇ ਕੀ ਨਾਂ ਨੇ, ਇਹਨਾਂ ਨੂੰ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਹੈ ਜਿਹੜੇ ਇਹਨਾਂ ਕਾਲਜਾਂ ਨੂੰ ਚਲਾ ਰਹੇ ਨੇ। ਤਾਂ ਮੇਰਾ ਪਹਿਲਾ ਸਵਾਲ ਇਹ ਸੀ। ਲੇਕਿਨ ਇਹਦਾ ਸਵਾਲ ਬੜਾ ਸੌਖਾ ਹੈ, ਇਹ ਤਾਂ ਫਿਰ ਉਹਨਾਂ ਕਿਉਂਕਿ ਇਹ ਤਾਂ ਉਹਨਾਂ ਦੇ ਬਿਲਕੁਲ ਟਿਪਸ ਤੇ ਹੋਣਗੇ ਯੂਨੀਵਰਸਿਟੀ ਦੇ, ਕਿਉਂਕਿ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਦੇ ਜਾਂ ਯੂਨੀਵਰਸਿਟੀ ਦੇ ਕਹੇ ਤੇ ਹੀ ਜਾਂ ਤਾਂ ਜਿਹੜੀ ਗ੍ਰਾਂਟ ਹੈ ਉਹ ਕਾਲਜਾਂ ਨੂੰ ਮਿਲਦੀ ਹੋਏਗੀ ਜਾਂ ਗ੍ਰਾਂਟ ਰੁਕਦੀ ਹੋਏਗੀ, ਤੇ ਇਹਦਾ ਬੜਾ ਸੌਖਾ ਜਵਾਬ ਦੇ ਦਿੱਤਾ ਹੋਣਾ ਤੁਹਾਨੂੰ। ਤਾਂ ਬੇਸਿਕਲੀ ਇੰਨਾ ਸੌਖਾ ਸਵਾਲ ਸੀ ਕਿ ਤੁਸੀਂ ਜਿਹੜੀਆਂ ਕਾਲਜ ਨੇ ਰੈਗੂਲੇਸ਼ਨ 15A ਦੇ ਮੁਤਾਬਕ ਰਿਟਰਨਸ ਜਮ੍ਹਾਂ ਕਰਾਈਆਂ ਨੇ, ਰਿਪੋਰਟ ਜਮ੍ਹਾਂ ਕਰਾਈਆਂ, ਉਹਦੇ ਵਿੱਚ ਇੱਕ ਕਾਗਜ਼ ਹੈ ਗਵਰਨਿੰਗ ਬਾਡੀ ਦਾ, ਤੁਸੀਂ ਸਿਰਫ ਸਾਰੇ ਕਾਲਜਾਂ ਦੇ ਗਵਰਨਿੰਗ ਬਾਡੀ ਵਾਲਾ ਜਿਹੜਾ ਕਾਗਜ਼ ਹੈ ਉਹ ਮੈਨੂੰ ਫੁੱਟਸਟੈਟ ਕਰਾ ਕੇ ਸਰਟੀਫਾਈ ਕਰਕੇ ਦੇਣਾ ਸੀ। ਉਹ ਮਿਲ ਗਿਆ ਹੋਣਾ ਤੁਹਾਨੂੰ ਨਾ, ਉਹ ਦੇਣ ਦੀ ਬਜਾਏ ਜਵਾਬ ਦੇ ਰਹੇ ਨੇ, ਪਹਿਲਾਂ CIC ਦੇ ਕਿਸੇ ਫੈਸਲੇ ਦਾ ਜ਼ਿਕਰ ਕਰ ਰਹੇ ਨੇ ਤੇ ਉਸ ਤੋਂ ਬਾਅਦ ਐਂਡ ਤੇ ਕਨਕਲੂਜਨ ਕੀ ਦੇ ਰਹੇ ਨੇ, ਦਾ PIO ਇਜ਼ ਨਾਟ ਅੰਡਰ ਐਨੀ ਆਬਲੀਗੇਸ਼ਨ to compile, collate and provide the information which is not readily available, ਕਿ ਇਹ ਇਨਫੋਰਮੇਸ਼ਨ ਆਸਾਨੀ ਦੇ ਨਾਲ ਉਪਲਬਧ ਹੀ ਨਹੀਂ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਕਾਗਜ਼ ਸਾਹਮਣੇ ਪਏ ਫੁੱਟਸਟੈਟ ਕਰਵਾ ਕੇ ਸਰਟੀਫਾਈ ਕਰਕੇ ਦੇਣੇ ਸੀ ਉਹ ਆਸਾਨੀ ਨਾਲ ਨਹੀਂ ਲੱਭੇ। ਆਰਟੀ ਐਕਟ ਵਿੱਚ ਕਿਤੇ ਲਿਖਿਆ ਹੁੰਦਾ ਵੀ ਜਿਹੜੇ ਆਸਾਨੀ ਦੇ ਨਾਲ ਨਹੀਂ ਹੈ ਤੁਸੀਂ ਦੋ ਹੀ ਨਾ ਤੁਸੀਂ ਲਟਕਾ ਦਿਓ, ਕਿਉਂਕਿ ਨਾ ਤਾਂ ਇਹਨਾਂ ਨੂੰ ਆਸਾਨੀ ਦੇ ਨਾਲ RK ਰਾਏ ਵਾਲੇ ਸਕੈਮ ਸੀਮੈਂਟ ਸਕੈਮ ਵਾਲੇ ਕਾਗਜ਼ ਮਿਲੇ ਨੇ, ਨਾ ਇਹਨਾਂ ਨੂੰ ਮੈਡਮ ਮਨਦੀਪ ਜੋਸਨ ਵਾਲੇ ਮਾਮਲੇ ਦੇ ਵਿੱਚ ਫਰਜ਼ੀ ਡਿਗਰੀ ਦੇ ਵਿੱਚ ਕਿਵੇਂ ਕਰ ਗਈ, ਨਾ ਉਹਨਾਂ ਨੂੰ ਅੱਜ ਤੱਕ ਇਹ ਲੱਭੇ ਨੇ, ਨਾ ਯੂਨੀਵਰਸਿਟੀ ਨੂੰ ਅੱਜ ਤੱਕ ਗਾਰਵਿਤ ਸ਼ਰਮਾ ਜੋ ਪ੍ਰੋਫੈਸਰ ਮੀਨਾ ਸ਼ਰਮਾ ਦਾ ਬੇਟਾ ਹੈ ਬਿਨਾਂ ਐਲੀਜੀਬਿਲਟੀ ਤੋਂ ਉਹ MBA ਵਿੱਚ UBS ਐਡਮਿਸ਼ਨ ਵੀ ਲੈ ਗਿਆ ਤੇ 2 ਸਾਲ ਦੀ MBA ਵੀ ਕਰ ਗਿਆ, ਨਾ ਇਸ ਢੀਠ ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਉਹ ਕਾਗਜ਼ ਲੱਭੇ ਨੇ ਆਸਾਨੀ ਦੇ ਨਾਲ। ਇਹਨਾਂ ਨੂੰ ਲੱਭਦਾ ਕੀ ਹੈ, ਆਪਣੀ ਤਨਖਾਹ ਲੱਭਦੀ ਹੈ 30 ਤਰੀਕ ਨੂੰ। ਜੇ ਅਸੀਂ RTA ਦੇ ਕਾਨੂੰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸੈਕਸ਼ਨ 7 ਸਬਸੈਕਸ਼ਨ 1 ਦੇ ਵਿੱਚ ਇਹ ਸਪਸ਼ਟ ਤੌਰ ਤੇ ਦਿੱਤਾ ਗਿਆ ਹੈ ਕਿ ਸੂਚਨਾ ਅਧਿਕਾਰੀ ਨੂੰ ਹਰ ਇਨਫੋਰਮੇਸ਼ਨ ਨੂੰ ਦੇਣਾ ਪਏਗਾ ਸਿਵਾਏ ਉਸ ਇਨਫੋਰਮੇਸ਼ਨ ਦੇ ਜਿਹੜੀ ਸੈਕਸ਼ਨ 8 ਦੇ ਕਲੌਜ਼ਸ ਦੇ ਮੁਤਾਬਕ ਦੇਣ ਦੀ ਜ਼ਰੂਰਤ ਨਹੀਂ ਹੈ। ਤੇ ਅਜਿਹੇ ਹਾਲਾਤ ਦੇ ਵਿੱਚ ਵੀ ਸੂਚਨਾ ਅਧਿਕਾਰੀ ਨੂੰ ਦੱਸਣਾ ਪਏਗਾ ਕਿ ਇਹ ਸੈਕਸ਼ਨ 8 ਜਾਂ 9 ਦੇ ਕਿਹੜੇ ਕਲੌਜ਼ ਦੇ ਮੁਤਾਬਕ ਦੇਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਕਲੌਜ਼ ਇੱਥੇ ਕਿਵੇਂ ਲਾਗੂ ਹੁੰਦਾ ਹੈ। ਜੇ ਇਹਨਾਂ ਨੇ ਇਹ ਗਵਰਨਿੰਗ ਬਾਡੀ ਦੇ ਰਿਕਾਰਡ ਦੇਣ ਤੋਂ ਮੈਨੂੰ ਨਾ ਵੀ ਕਰਨੀ ਸੀ ਤਾਂ ਇਹਨਾਂ ਨੂੰ ਸੈਕਸ਼ਨ 8 ਜਾਂ 9 ਦਾ ਕਲੌਜ਼ ਦੱਸਣਾ ਪੈਣਾ ਸੀ ਤੇ ਦੱਸਣਾ ਪੈਣਾ ਸੀ ਲਾਗੂ ਕਿਵੇਂ ਹੁੰਦਾ ਹੈ। ਜਦ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਰੈਡਲੀ ਅਵੇਲੇਬਲ ਨਾਂ ਦਾ RTA ਐਕਟ 'ਚ ਕੋਈ ਕਲੌਜ਼ ਹੀ ਨਹੀਂ। ਇਹ ਡਿਪਟੀ ਰਜਿਸਟਰਾਰ ਮਿਸਟਰ ਸੁਰਜੀਤ ਸਿੰਘ ਠਾਕੁਰ ਦਾ ਸੈਲਫ ਸਟਾਈਲਡ ਆਪਣਾ ਮਨਘੜੰਤ ਕਲੌਜ਼ ਹੈ ਜਿਹਦੇ ਮੁਤਾਬਕ ਇਹਨਾਂ ਨੇ ਇਹ ਇਨਫੋਰਮੇਸ਼ਨ ਦੇਣ ਤੋਂ ਨਾ ਕੀਤੀ ਹੈ। ਡਿਪਟੀ ਰਜਿਸਟਰਾਰ ਕਾਲਜਸ ਬ੍ਰਾਂਚ ਸੁਰਜੀਤ ਠਾਕੁਰ ਜੀ ਨੂੰ ਸਿੰਗਲਾ ਸਾਹਿਬ ਮੇਰੀ ਬੇਨਤੀ ਹੈ ਤੁਹਾਨੂੰ ਕਿ ਉਹਨਾਂ ਨੂੰ RTA ਐਕਟ ਦੀ ਕਾਪੀ ਜ਼ਰੂਰ ਭੇਜਿਓ ਤਾਂ ਕਿ ਉਹ ਪੜ੍ਹ ਲੈਣ, ਕਿ ਆਪ ਤਾਂ ਨਾ ਪੜ੍ਹੀ ਹੋਵੇ। ਅਗਲਾ ਸਵਾਲ, ਵੈਸੇ ਇਸੇ ਸਵਾਲ ਦੇ ਵਿੱਚ ਮੈਂ ਸਵਾਲ ਇੱਕ ਹੋਰ ਵੀ ਦੱਸਣਾ ਚਾਹੁੰਦਾ ਹੈ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਵਿੱਚ 3 ਸਵਾਲ ਸੀ ਜਿਨ੍ਹਾਂ ਦਾ ਇਹ ਉੱਤਰ ਹੈ ਕਿ ਨਾਟ ਰੈਡਲੀ ਅਵੇਲੇਬਲ।
ਤਿੰਨ ਸਵਾਲ ਸੀ। ਅੱਛਾ, ਮਤਲਬ ਇਹ ਇੱਕ ਸਵਾਲ ਦਾ ਜਵਾਬ ਨਹੀਂ ਹੈਗਾ, ਇਹ ਤਿੰਨ ਸਵਾਲਾਂ ਨੂੰ ਇੱਕੋ ਹੀ ਜਵਾਬ ਚੇਪਿਆ ਹੈ। ਹਾਂਜੀ, ਜਿਹਦੇ ਵਿੱਚ ਪਹਿਲਾ ਤਾਂ ਸਵਾਲ ਸੀ ਉਹ ਗਵਰਨਿੰਗ ਬੋਡੀ ਦੇ ਮੈਂਬਰਾਂ ਦੀ ਲਿਸਟ ਜਿਹਦੇ ਆਧਾਰ ਤੇ ਫਿਲੀਸ਼ਨ ਲਈ ਗਈ ਹੈ। ਦੂਜਾ ਹੈ ਅੱਜ ਦੀ ਡੇਟ ਦੇ ਵਿੱਚ ਜਿਹੜੇ ਗਵਰਨਿੰਗ ਬੋਡੀ ਦੇ ਮੈਂਬਰ ਨੇ। ਤੇ ਤੀਜਾ ਸਭ ਤੋਂ ਸੌਖਾ, ਆਸਾਨ ਤੇ ਹਾਸੋਹੀਣ ਉੱਤਰ ਵਾਲਾ ਸਵਾਲ ਸੀ ਕਿ ਮੈਨੂੰ ਉਸ ਵਿਅਕਤੀ ਦਾ, ਉਸ ਆਫੀਸਰ ਦਾ ਨਾਂ ਦੱਸਿਆ ਜਾਵੇ ਜਿਹਦੀ ਕਸਟਡੀ ਦੇ ਵਿੱਚ ਇਹ ਕਾਗਜ਼ ਨੇ। ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਲਜਸ ਬ੍ਰਾਂਚ ਦੇ ਵਿੱਚ ਕਿਹੜੇ ਅਧਿਕਾਰੀ ਦੇ ਕੋਲੇ ਕਾਗਜ਼ ਪਏ ਨੇ, ਉਹਦਾ ਨਾਮ। ਉਹਨਾਂ ਨਾਂ ਦੱਸਿਆ ਜਾਵੇ। ਹੁਣ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਲਜ ਬ੍ਰਾਂਚ ਦੇ ਪ੍ਰਸ਼ਾਸਨਿਕ ਅਧਿਕਾਰੀ ਜੋ ਨੇ, ਹੈੱਡ ਨੇ, ਉਹ ਡਿਪਟੀ ਰਜਿਸਟਰਾਰ ਹੁੰਦੇ ਨੇ, ਜੋ ਕਿ ਮਿਸਟਰ ਸੁਰਜੀਤ ਸਿੰਘ ਠਾਕੁਰ ਨੇ। ਯਾਨੀ ਕਿ ਇਹੀ ਕਾਲਜਸ ਬ੍ਰਾਂਚ ਨੂੰ ਚਲਾ ਰਹੇ ਨੇ, ਇਹੀ ਕਰਸਪੋਂਡੈਂਸ ਕਰਦੇ ਨੇ ਕਾਲਜਾਂ ਨਾਲ, ਇਹਨਾਂ ਕੋਲ ਇਹ ਸਾਰੇ ਰਿਕਾਰਡ ਪਏ ਨੇ। ਤੇ ਇਹਨਾਂ ਨੇ ਹੀ, ਇਹੀ ਪੀਆਈਓ ਨੇ, ਸੂਚਨਾ ਅਧਿਕਾਰੀ, ਤੇ ਇਹਨਾਂ ਨੇ ਕਿਹਾ ਕਿ ਉਹ ਵਿਅਕਤੀ ਦਾ ਨਾਮ ਵੀ ਆਸਾਨੀ ਨਾਲ ਨਹੀਂ ਲੱਭਿਆ ਜਾ ਸਕਦਾ। ਜਦ ਕਿ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਉਹ ਆਪਣਾ ਨਾਮ ਲੱਭਣ ਵਾਸਤੇ ਉਹ ਐਪਲੀਕੇਸ਼ਨ ਚੈੱਕ ਕਰ ਸਕਦੇ ਸੀ, ਜਿਹਦੇ ਆਧਾਰ ਤੇ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਵੜੇ ਕਿਸੇ ਵੀ ਪੋਸਟ ਤੇ, ਚਾਹੇ ਉਹ ਡਿਪਟੀ ਰਜਿਸਟਰਾਰ ਲੱਗੇ ਜਾਂ ਨੀਚੋਂ ਵੜ ਕੇ ਪ੍ਰਮੋਟ ਹੋਏ ਨੇ। ਜੇ ਨਹੀਂ ਵੀ ਤਾਂ ਘੱਟੋ ਘੱਟ ਉਹ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖ ਲੈਂਦੇ ਤਾਂ ਉਹਨਾਂ ਨੂੰ ਯਾਦ ਆ ਜਾਂਦਾ ਕਿ ਇਸ ਵਿਅਕਤੀ ਦਾ ਕੀ ਨਾਂ ਹੈ। ਕਿੰਨਾ ਸੌਖਾ ਸਵਾਲ ਸੀ। ਚਲੋ ਇਸ ਤੋਂ ਅੱਗੇ ਸਵਾਲ ਹੋਰ ਵੀ ਹੈਗੇ ਜਿਹੜੇ ਰਹਿ ਗਏ। ਇਹਦੇ ਵਿੱਚ 8 ਸਵਾਲ ਸੀ ਤੇ ਇਸ ਦੇ ਵਿੱਚ ਕੁਝ ਹੋਰ ਵੀ ਸਵਾਲ ਨੇ। ਤੇ ਦੂਜਾ ਮੇਰੇ ਕੋਲ ਇੱਕ ਸਵਾਲ ਸੀ, ਇਹਦੇ ਵਿੱਚ ਵੀ 3 ਸਵਾਲ ਨੇ। ਪਹਿਲਾ ਤਾਂ ਸਵਾਲ ਸੀ ਕਿ ਜੇ ਇਹ ਰਿਕਾਰਡ ਕਾਲਜਸ ਬ੍ਰਾਂਚ ਦੇ ਵਿੱਚ ਕਸਟਡੀ ਤੋਂ ਡਿਸਪੀਅਰ ਹੋ ਗਏ, ਗੁੰਮ ਹੋ ਗਏ, ਜਿਵੇਂ ਕਿ ਅਕਸਰ ਹੋ ਜਾਂਦੇ ਨੇ, ਤਾਂ ਜ਼ਿੰਮੇਵਾਰ ਅਧਿਕਾਰੀ ਤੇ ਕੀ ਕਾਰਵਾਈ। ਜੇ ਕੋਈ ਅਜਿਹੇ ਕਾਲਜ ਨੇ ਜਿਨ੍ਹਾਂ ਨੂੰ ਇਹ ਰਿਕਾਰਡ ਦੇਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਕੋਈ ਛੋਟ ਹੈ, ਤਾਂ ਉਹ ਮੈਨੂੰ ਦੱਸਿਆ ਜਾਵੇ ਵੀ ਕਿਹੜੇ ਕਾਲਜ ਨੇ ਤੇ ਕੀ ਛੋਟ ਹੈ। ਤੇ ਜੇ ਛੋਟ ਨਹੀਂ ਤੇ ਉਹਨਾਂ ਨੇ ਰਿਕਾਰਡ ਨਹੀਂ ਜਮ੍ਹਾਂ ਕਰਾਏ, ਯਾਨੀ ਕਿ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤਾਂ ਉਹਨਾਂ ਤੇ ਕੀ ਕਾਰਵਾਈ ਹੋਈ। ਇਹ 3 ਸਵਾਲਾਂ ਦੇ ਜਵਾਬ ਦੇ ਵਿੱਚ ਇਹਨਾਂ ਨੇ ਮੈਨੂੰ ਦਿੱਤਾ ਹੈ ਜਵਾਬ, ਦਾ ਇਨਫੋਰਮੇਸ਼ਨ ਸੌਟ ਇਜ਼ ਵੇਗ ਇਨ ਨੇਚਰ, ਕਿ ਜਿਹੜੇ ਮੰਗੇ ਗਏ ਇਨਫੋਰਮੇਸ਼ਨ ਹੈ, ਜਿਹੜੇ ਸਵਾਲ ਨੇ, ਇਹ ਅਸਪਸ਼ਟ ਨੇ, ਇਹ ਧੁੰਦਲੇ ਨੇ, ਇਹ ਕਲੀਅਰ ਨਹੀਂ। ਜੇ ਡਿਪਟੀ ਰਜਿਸਟਰਾਰ ਦੇ ਲੈਵਲ ਦੇ ਵਿਅਕਤੀ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਤਾਂ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਲਰਕ, ਉਸ ਤੋਂ ਉੱਪਰ ਅਸਿਸਟੈਂਟ, ਉਸ ਤੋਂ ਉੱਪਰ ਸੁਪਰਡੈਂਟ, ਨੀਚੇ ਦੀਆਂ ਪੋਸਟਾਂ ਤੇ ਬੈਠੇ ਅਧਿਕਾਰੀਆਂ ਨੂੰ ਯੂਨੀਵਰਸਿਟੀ 'ਚ ਕੀ ਸਮਝ ਆਉਂਦਾ ਹੋਵੇਗਾ, ਉਹ ਤੁਸੀਂ ਆਪ ਅੰਦਾਜ਼ਾ। ਹੋ ਸਕਦਾ ਹੈ ਜੀ ਜਿਹੜਾ ਕਲੈਰੀਕਲ ਹੈ, 4th ਕਲਾਸ EMPLOYE ਹੈਗਾ ਹੈ, ਉਹ ਜ਼ਿਆਦਾ ਸਮਝਦਾਰ ਹੋਵੇ, ਕਿਆ ਪਤਾ ਉਹਨੂੰ ਸਮਝ ਆ ਜਾਵੇ। ਇਹ ਜਿਹੜੀ ਡਿਪਟੀ ਰਜਿਸਟਰਾਰ ਸਾਹਿਬ ਨੂੰ ਸਮਝ ਨਹੀਂ ਆ ਰਹੀ ਹੈ, ਹੋ ਸਕਦਾ 4th ਕਲਾਸ ਸਾਡਾ ਭਰਾ ਕੋਈ, ਸਾਡੀ ਭੈਣ ਕੋਈ, ਉਹਨੂੰ ਪੜਾਓ, ਤੁਸੀਂ ਸਮਝ ਆ ਜਾਣਾ ਜੀ, ਸਿੱਧਾ ਤੁਸੀਂ ਸਵਾਲ ਪੁੱਛਿਆ। ਪਰ ਡਿਪਟੀ ਰਜਿਸਟਰਾਰ ਸਾਹਿਬ ਨੂੰ ਸਮਝ ਨਹੀਂ ਆ ਰਿਹਾ, ਇਹਦੇ ਪਿੱਛੇ ਕਾਰਨ ਹੋ ਸਕਦਾ ਕੋਈ। ਸਿਰਫ ਸਮਝ ਹੀ ਨਹੀਂ, ਕੰਟਰੋਲ ਦੀ ਵੀ ਗੱਲ ਹੈ। ਜੇ ਕਿਸੇ ਕਲਰਕ, ਅਸਿਸਟੈਂਟ, ਸੁਪਰਡੈਂਟ ਨੂੰ ਇਹ ਸਮਝ ਆ ਵੀ ਜਾਵੇ ਤੇ ਉਹ ਦੇਣਾ ਵੀ ਹੋਏਗਾ, ਚਾਹੁੰਦਾ ਹੋਏਗਾ ਇਨਫੋਰਮੇਸ਼ਨ, ਤਾਂ ਉਹਦੀ ਇੰਨੀ ਔਕਾਤ ਨਹੀਂ ਹੈ ਕਿ ਉਹ ਇਹ ਕਰ ਸਕੇ। ਵੈਸੇ ਵੀ ਇਨਫੋਰਮੇਸ਼ਨ ਨੂੰ ਦੇਣਾ ਜਾਂ ਉਹਦੇ ਤੋਂ ਇਨਕਾਰ ਕਰਨਾ, ਇਹ ਜ਼ਿੰਮੇਵਾਰੀ ਸਿਰਫ ਤੇ ਸਿਰਫ ਸੂਚਨਾ ਅਧਿਕਾਰੀ ਦੀ ਹੈ, ਜਿਸ ਦਾ ਜੋ ਕਿ ਬਸ਼ਰਮ ਹੋ ਕੇ ਬੈਠੇ ਨੇ, ਜੋ ਕਿ ਜਿਸ ਦਾ ਪਦ ਕਿ ਇਸ ਟਾਈਮ ਇਹ ਇੰਜੋਏ ਕਰ ਰਹੇ ਨੇ ਆਪਣਾ ਡਿਪਟੀ ਰਜਿਸਟਰਾਰ ਸੁਰਜੀਤ ਸਿੰਘ ਠਾਕੁਰ, ਪੂਰੀ ਬਸ਼ਰਮੀ ਦੇ ਨਾਲ। ਹਾਂਜੀ। ਅਗਲਾ ਸਵਾਲ ਕੀ ਸੀ? ਇਸ ਤੋਂ ਬਾਅਦ ਅਗਲਾ ਇੱਕ ਸਵਾਲ ਸੀ, ਅਫਰਮ ਵੈਦਰ ਵਾਇਲੇਸ਼ਨ ਆਫ PU norms in this case has been reported to the funding government, that is Director Higher Education ਚੰਡੀਗੜ੍ਹ। ਮੈਂ ਸਿਰਫ ਇੰਨਾ ਪੁੱਛਿਆ ਸੀ। ਇਹਦੇ ਵਿੱਚ 2 ਚੀਜ਼ਾਂ ਨੇ, ਇੱਕ ਪੰਜਾਬ ਯੂਨੀਵਰਸਿਟੀ ਹੈ, ਇੱਕ ਗਵਰਨਮੈਂਟ ਹੈ। ਪੰਜਾਬ ਯੂਨੀਵਰਸਿਟੀ ਰੂਲ ਰੈਗੂਲੇਸ਼ਨ ਨਿਰਧਾਰਿਤ ਕਰਦੀ ਹੈ ਤੇ ਉਹਨਾਂ ਨੂੰ ਚੈੱਕ ਕਰਦੀ ਹੈ ਕਿ ਕਾਲਜ ਉਹਨਾਂ ਨੂੰ ਫੋਲੋ ਕਰ ਰਹੇ ਆ ਕਿ ਨਹੀਂ। ਤੇ ਗਵਰਨਮੈਂਟ ਦਾ ਕੰਮ ਹੈ 95% ਗ੍ਰਾਂਟ ਦੇਣਾ, ਇਹ ਚੈੱਕ ਕਰਕੇ ਕਿ ਕਾਲਜਸ ਰੂਲ ਰੈਗੂਲੇਸ਼ਨ ਨੂੰ ਫੋਲੋ ਕਰ ਰਹੇ ਆ ਜਾਂ ਨਹੀਂ। ਹੁਣ ਸੋਚਣ ਵਾਲੀ ਗੱਲ ਹੈ ਕਿ ਕੋਈ ਵੀ ਕਾਲਜ ਅਗਰ ਰੂਲ ਰੈਗੂਲੇਸ਼ਨ ਦੀ ਉਲੰਘਣਾ ਕਰ ਰਿਹਾ ਹੈ, ਧੱਜੀਆਂ ਉਡਾ ਰਿਹਾ ਹੈ, ਉਹ ਕਦੇ ਗਵਰਨਮੈਂਟ ਨੂੰ ਲਿਖੇਗਾ ਕਿ ਮੈਂ ਧੱਜੀਆਂ ਉਡਾ ਰਿਹਾ ਤੇ ਮੈਨੂੰ ਗ੍ਰਾਂਟ ਨਾ ਦਿੱਤੀ ਜਾਵੇ ਜਾਂ ਰੋਕੀ ਜਾਵੇ। ਸੋ ਇਹਦਾ ਮਤਲਬ ਇਹ ਜ਼ਿੰਮੇਵਾਰੀ ਤਾਂ ਦੂਜੀ ਪਬਲਿਕ ਅਥਾਰਟੀ ਯਾਨੀ ਕਿ ਪੰਜਾਬ ਯੂਨੀਵਰਸਿਟੀ ਦੀ ਹੈ ਕਿ ਅਗਰ ਕੋਈ ਉਲੰਘਣਾ ਹੈ, ਅਗਰ ਕੋਈ ਧੱਜੀਆਂ ਉਡਾਈਆਂ ਜਾ ਰਹੀਆਂ, ਅਗਰ ਕੋਈ ਚੀਜ਼ਾਂ ਫੋਲੋ ਨਹੀਂ ਕੀਤੀਆਂ ਜਾ ਰਹੀਆਂ, ਤਾਂ ਉਹਦੀ ਬਕਾਇਦਾ ਰਿਪੋਰਟ ਫੰਡਿੰਗ ਗਵਰਨਮੈਂਟ ਯਾਨੀ ਕਿ ਡਾਇਰੈਕਟਰ ਹਾਇਰ ਐਜੂਕੇਸ਼ਨ UT ਚੰਡੀਗੜ੍ਹ ਨੂੰ ਦੇਵੇ, ਤਾਂ ਕਿ ਉਹਦੇ ਤੇ ਕਾਰਵਾਈ ਕਰਦੇ ਹੋਏ ਉਹ ਗ੍ਰਾਂਟ ਰੋਕਣ, ਘਟਾਉਣ ਜਾਂ ਜੋ ਵੀ ਉਹ ਐਕਸ਼ਨ ਲੈਣਾ ਚਾਹੁੰਦੇ ਲੈਣ। ਸੋ ਮੈਂ ਪੁੱਛਿਆ ਸੀ ਕਿ ਜੇ ਕਾਲਜਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਗਵਰਨਿੰਗ ਬੋਡੀ ਦੇ ਰਿਕਾਰਡ ਨਾ ਦੇਣ ਦੇ ਮਾਮਲੇ 'ਚ ਕੋਈ ਉਲੰਘਣਾ ਹੋਈ ਹੈ, ਤਾਂ ਕੀ ਤੁਸੀਂ ਚੰਡੀਗੜ੍ਹ ਦੇ ਡਾਇਰੈਕਟਰ ਹਾਇਰ ਐਜੂਕੇਸ਼ਨ ਨੂੰ ਇਨਫੋਰਮ ਕੀਤਾ? ਤਾਂ ਇਹਦੇ ਵਿੱਚ ਸੁਰਜੀਤ ਠਾਕੁਰ ਜੀ ਜਵਾਬ ਦਿੰਦੇ ਨੇ, the PIO is not bound to reply the information sought in question form if what whether etc. ਕਿਉਂਕਿ ਇਹ ਜਿਹੜਾ ਹੁਣ ਮੈਂ ਹੱਸਾਂ ਜਾਂ ਮੈਂ ਕੁਝ ਬੋਲਾਂ, ਮਤਲਬ ਜਵਾਬ ਸੁਣ ਕੇ ਤਾਂ ਇੰਨੇ ਹਾਸੇ ਹੋਏ ਨੇ ਜਵਾਬ ਨੇ ਸੁਰਜੀਤ ਠਾਕੁਰ ਜੀ ਦੇ, ਜੋ PIO ਵੀ ਨੇ, ਡਿਪਟੀ ਰਜਿਸਟਰਾਰ ਨੇ ਕਾਲਜਸ ਬ੍ਰਾਂਚ ਪੰਜਾਬ ਯੂਨੀਵਰਸਿਟੀ ਦੇ, ਮਤਲਬ ਬੇਸ਼ਰਮੀ ਦੀਆਂ ਵੀ ਹੱਦਾਂ ਪਾਰ ਕਰ ਗਏ। ਤਾਂ ਮਾਮਲੇ ਨੂੰ ਮੈਂ ਚਾਹਾਂਗਾ ਕਿਉਂਕਿ ਇਹ ਸਵਾਲ ਇਸ RTA ਦੇ ਨਹੀਂ, ਅੱਜ ਦੇਸ਼ ਦੀ 140 ਕਰੋੜ ਆਬਾਦੀ ਹੈ ਤੇ ਪੰਜਾਬ ਯੂਨੀਵਰਸਿਟੀ ਇੱਕ ਪਬਲਿਕ ਅਥਾਰਟੀ ਹੈ। ਇਹ ਜੋ ਧੱਜੀਆਂ ਉਡਾ ਰਹੇ ਨੇ, ਇਹ ਸਿਰਫ ਮੇਰੇ ਕੇਸ 'ਚ ਨਹੀਂ, ਇਹ ਉਹਨਾਂ ਸੈਂਕੜੋਂ
ਲੱਖਾਂ ਲੋਕਾਂ ਦੇ ਕੇਸ ਦੇ ਵਿੱਚ ਉਡਾ ਰਹੇ ਨੇ ਜਿਹੜੇ ਇਹਨਾਂ ਨੂੰ ਆਰਟੀਏ ਪਾ ਰਹੇ ਨੇ। ਤਾਂ ਇਸ ਤੋਂ ਪਹਿਲਾਂ ਕਿ ਹੋਰ ਲੋਕ ਵੀ ਮੇਰੇ ਵਾਲੀ ਪ੍ਰੋਸੈਸ ਨੂੰ ਫੋਲੋ ਕਰਕੇ ਸਫਰ ਹੋਣ, ਤੇ ਮੈਂ ਚਾਹੁੰਦਾ ਉਸ ਤੋਂ ਪਹਿਲਾਂ ਹੀ ਮੈਂ ਇਸ ਸਵਾਲ ਤੇ ਦਿੱਤੇ ਗਏ ਜਵਾਬ ਨੂੰ ਥੋੜਾ ਜਿਹਾ ਸਪਸ਼ਟ ਕਰਦਾ। ਇਹਦੇ ਵਿੱਚ ਜੋ ਸਵਾਲ ਪੁੱਛਿਆ ਸੀ ਉਹ ਤਾਂ ਇਹ ਸੀ ਵੀ ਕੀ ਤੁਸੀਂ ਗਵਰਨਮੈਂਟ ਨੂੰ ਇਨਫੋਰਮ ਕਰ ਰਹੇ ਆ ਕਿ ਜਿਨ੍ਹਾਂ ਨੂੰ ਗ੍ਰਾਂਟ ਦੇਣੇ ਕਿ ਤਾਂ ਉਡਾਈਆਂ। ਮੈਨੂੰ ਸਿਰਫ ਹਾਂ ਜਾਂ ਨਾ ਦੇ ਵਿੱਚ ਉੱਤਰ ਦਿਓ, ਇਨਫੋਰਮ ਕੀਤਾ ਜਾਂ ਨਹੀਂ। ਸਪਸ਼ਟ ਉੱਤਰ ਹੋਣਾ ਚਾਹੀਦਾ ਸੀ ਕਿ ਕਰਤਾ ਜਾਂ ਨਹੀਂ ਕੀਤਾ, ਜਾਂ ਤੀਸਰਾ ਇਹ ਵੀ ਬਣਦਾ ਸੀ ਕਿ ਸਾਨੂੰ ਯਾਦ ਹੀ ਨਹੀਂ ਜਾਂ ਸਾਡੇ ਕੋਲ ਰਿਕਾਰਡ ਹੀ ਨਹੀਂ ਹੈ, ਜਿਵੇਂ ਆਮ ਤੌਰ ਤੇ ਦਿੰਦੇ ਨੇ। ਜਿਵੇਂ ਕਿ ਆਮ ਤੌਰ ਤੇ ਦਿੰਦੇ ਨੇ। ਸਵਾਲ ਆਨਸਰ ਇਹ ਆਇਆ ਕਿ ਜਿਹੇ ਕੋਈ ਵੀ ਸਵਾਲ ਦਾ ਉੱਤਰ ਦੇਣ ਦੀ ਲੋੜ ਨਹੀਂ ਜਿਹਦੇ ਵਿੱਚ ਵਟ ਜਿਹੜੇ ਸਟਾਰਟ ਹੁੰਦੇ ਨੇ ਵਟ ਜਾਂ ਵੈਦਰ ਦੇ ਨਾਲ। ਹੁਣ ਇਹਦੇ ਵਿੱਚ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹੈ, ਉਹ ਕਹਿੰਦਾ ਕਿ ਜੇ ਵਟ ਵੈਦਰ, ਐਕਚੁਅਲੀ ਪਹਿਲਾਂ ਵੀ ਇਸ ਤਰ੍ਹਾਂ ਦਾ ਜਵਾਬ ਆਇਆ ਕਿ ਹਾਊ, ਵਾਈ, ਵਟ, ਵੈਦਰ, ਜਿਹਦੇ ਵਿੱਚ ਇਹ ਲੱਗੇ ਨੇ ਕੁਐਸਚਨ ਵਾਲੇ ਸ਼ਬਦ, ਉਹਨਾਂ ਦਾ ਉੱਤਰ ਦੇਣ ਦੀ ਲੋੜ ਨਹੀਂ। ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਇੱਕੋ ਹੀ ਇਹ ਸ਼ਬਦ ਲਾਉਣ ਨਾਲ ਇਨਫੋਰਮੇਸ਼ਨ ਡਿਸਕਲੋਜ਼ੇਬਲ ਜਾਂ ਐਗਜ਼ੈਂਪਟਡ ਨਹੀਂ ਬਣ ਜਾਂਦੀ। ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਕੋਈ ਵਿਅਕਤੀ ਆਰਟੀ 'ਚ ਪੁੱਛਦਾ ਹੈ ਕਿ ਹਿਸਟਰੀ ਦੇ ਵਿੱਚ ਵਿਦਿਆਰਥੀਆਂ ਦੀ ਅਟਰੈਕਸ਼ਨ ਕੈਮਿਸਟਰੀ ਨਾਲੋਂ ਜ਼ਿਆਦਾ ਹੈ, ਹਿਸਟਰੀ ਨੂੰ ਕੈਮਿਸਟਰੀ ਨਾਲੋਂ ਜ਼ਿਆਦਾ ਬੱਚੇ ਐਡਮਿਸ਼ਨ ਉਸ ਕੋਰਸ 'ਚ ਕਿਉਂ ਲੈਂਦੇ ਨੇ, ਤਾਂ ਚਾਹੇ ਅਸੀਂ ਹਿਸਟਰੀ ਦੇ ਚੇਅਰਮੈਨ ਨੂੰ ਆਰਟੀ ਪਾਈਏ ਚਾਹੇ ਕੈਮਿਸਟਰੀ ਦੇ ਨੂੰ, ਉਹਨਾਂ ਦੀ ਡਿਊਟੀ ਨਹੀਂ ਹੈ ਕਿ ਉਹ ਇਸ ਚੀਜ਼ ਦਾ ਕਾਰਨ ਲੱਭ ਕੇ ਦੇਣ, ਹੈ ਨਾ। ਸੋ ਵਾਈ ਅਟਰੈਕਸ਼ਨ ਫਾਰ ਹਿਸਟਰੀ ਇਜ਼ ਮੋਰ ਦੈਨ ਕੈਮਿਸਟਰੀ, ਇੱਥੇ ਵਾਈ ਦਾ ਆਨਸਰ ਦੇਣ ਦੀ ਲੋੜ ਨਹੀਂ ਹੈ। ਕੁਛ ਸ਼ਬਦ ਸੈਂਟੈਂਸ ਇਸ ਤਰੀਕੇ ਨਾਲ ਵਾਈ ਨਾਲ ਸਟਾਰਟ ਹੋਣਗੇ ਜਿੱਥੇ ਇਨਫੋਰਮੇਸ਼ਨ ਡਿਸਕਲੋਜ਼ੇਬਲ ਹੈ, ਸ਼ਬਦ ਸਟਰਕਚਰ ਸੈਂਟੈਂਸ ਦੀ ਜੋ ਮਰਜ਼ੀ ਹੋਵੇ ਇਨਫੋਰਮੇਸ਼ਨ ਦੇਣੀ ਹੈ। ਜਿਵੇਂ ਮੈਂ ਪੁੱਛਿਆ ਸੀ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਕਰੋਨਾ ਦੇ ਕਾਰਨ ਐਂਟਰੈਂਸ ਟੈਸਟ ਹੋਣੇ ਸੀ, ਪੰਜਾਬ ਯੂਨੀਵਰਸਿਟੀ ਨੇ ਐਡਵਰਟਾਈਜ਼ਮੈਂਟ ਦਿੱਤੀ, ਵਿਦਿਆਰਥੀਆਂ ਤੋਂ 40 ਕਰੋੜ ਰੁਪਏ ਐਂਟਰੈਂਸ ਟੈਸਟਾਂ ਦੇ ਆਧਾਰ ਤੇ ਇਕੱਠੇ ਕੀਤੇ। ਐਂਟਰੈਂਸ ਟੈਸਟ ਨਾ ਹੋਏ ਤੇ ਨਾ ਹੋਣੇ ਸੀ ਤੇ ਨਾ ਹੋ ਸਕਦੇ ਸੀ ਕਿਉਂਕਿ ਕਰੋਨਾ ਪੈਂਡੈਮਿਕ ਦੇ ਕਾਰਨ ਮੂਵਮੈਂਟ ਰੋਕੀ ਹੋਈ ਸੀ ਤੇ ਯੂਨੀਵਰਸਿਟੀ ਦੇ ਵਿੱਚ ਛੁੱਟੀਆਂ ਸੀ। ਸੋ ਟੈਸਟ ਹੋਏ ਨਹੀਂ ਤੇ ਪੈਸੇ ਰਿਫੰਡ ਨਹੀਂ ਹੋਏ। ਤਾਂ ਮੈਂ ਤੇ ਇਸ ਤਰੀਕੇ ਦੇ ਨਾਲ ਯੂਨੀਵਰਸਿਟੀ ਵਿਦਿਆਰਥੀਆਂ ਦਾ 40 ਕਰੋੜ ਰੁਪਇਆ ਕਰੋਨਾ ਦੇ ਨਾਂ ਤੇ ਖਾ ਗਈ। ਹੁਣ ਮੇਰਾ ਸਿੰਪਲ ਜਿਹਾ ਸਵਾਲ ਸੀ ਕਿ ਵਾਈ that when you have taken the money from the students and have not conducted the tests, then why the money has not been refunded? Or you can say कि why you have not conducted the tests when you have taken the money from the students? ਜਦੋਂ ਵਿਦਿਆਰਥੀਆਂ ਤੋਂ ਪੈਸੇ ਲਏ ਨੇ ਤਾਂ ਟੈਸਟ ਕੰਡਕਟ ਕਿਉਂ ਨਹੀਂ ਹੋਏ? ਇੱਥੇ ਵੀ ਸਵਾਲ ਵਾਈ ਨਾਲ ਹੀ ਸਟਾਰਟ ਹੁੰਦਾ ਸੀ, ਪਰ ਕਿਉਂਕਿ ਇੱਕ ਤਾਂ ਕਰੋੜਾਂ ਰੁਪਏ ਦਾ ਘਪਲਾ ਸੀ, ਫਸਦੇ ਸੀ, ਤੇ ਦੂਜਾ ਇਹਦੇ ਵਿੱਚ ਆਨਸਰ ਦੇਣ ਦੇ ਵਿੱਚ ਕੋਈ ਰਿਸਕ ਵੀ ਨਹੀਂ ਸੀ, ਸਭ ਨੂੰ ਪਤਾ ਸੀ ਕਿ ਕਰੋਨਾ। ਸੋ ਸਪਸ਼ਟ ਆਨਸਰ ਆਇਆ ਕਿ ਕਿਉਂਕਿ ਕਰੋਨਾ ਚੱਲ ਰਿਹਾ, ਯੂਨੀਵਰਸਿਟੀ ਦਾ ਸਟਾਫ ਛੁੱਟੀਆਂ ਤੇ ਹੈ, ਹਿਊਮਨ ਮੂਵਮੈਂਟ ਸੜਕਾਂ ਤੇ ਰੁਕੀ ਹੋਈ ਹੈ, ਟੈਸਟ ਕੰਡਕਟ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਟੈਸਟ ਨਹੀਂ ਹੋਏ। ਸਵਾਲ ਸੀ ਫਿਰ ਪੈਸਾ ਕਿਉਂ ਨਹੀਂ ਦਿੱਤਾ ਗਿਆ? ਕਹਿੰਦੇ ਸਾਡੇ ਕੋਲ ਕੋਈ ਪ੍ਰਸ਼ਾਸਨਿਕ ਆਰਡਰ ਨਹੀਂ ਹੈ ਕਿ ਪੈਸਾ ਵਾਪਸ ਕਰੋ, ਅਸੀਂ ਨਹੀਂ ਦਿੱਤਾ। ਸੋ ਸਵਾਲ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਆਨਸਰ ਸਪਸ਼ਟ ਹੈ ਤੇ ਦੇਣ ਦੇ ਵਿੱਚ ਕੋਈ ਰਿਸਕ ਨਹੀਂ ਹੈ, ਉੱਥੇ ਤੁਸੀਂ ਵਾਈ, ਵਟ, ਵੇਅਰ, ਵੈਨ ਜੋ ਮਰਜ਼ੀ ਲਿਖੋ, ਜਵਾਬ ਆ ਜਾਊਗਾ। ਪਰ ਜਿੱਥੇ ਇਹ ਸ਼ਬਦਾਂ ਦੇ ਨਾਲ ਕਿਸੇ ਕਰਪਸ਼ਨ ਜਾਂ ਘੁਟਾਲੇ ਦਾ ਪਰਦਾਫਾਸ਼ ਹੁੰਦਾ ਹੈ ਤਾਂ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰਕੇ ਆਨਸਰ ਰੋਕਿਆ ਜਾਂਦਾ ਹੈ। ਮਤਲਬ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਆਰਟੀ ਐਕਟ 'ਚ ਫੈਸਲੇ 'ਚ ਕਿਤੇ ਵੀ ਕਾਨੂੰਨ 'ਚ ਇਹ ਨਹੀਂ ਲਿਖਿਆ ਕਿ ਇਹ ਅੰਗਰੇਜ਼ੀ ਦੇ ਵਰਜਿਤ ਪ੍ਰੋਹਿਬਿਟਡ ਸ਼ਬਦ ਨੇ ਤੇ ਅੰਗਰੇਜ਼ੀ ਦੇ ਵਿੱਚ ਕਿਤੇ ਵੀ ਯੂਜ਼ ਹੋਣ ਦੇ ਨਾਲ ਇਨਫੋਰਮੇਸ਼ਨ ਦੇਣ ਦੀ ਜ਼ਰੂਰਤ ਨਹੀਂ। ਇਹ ਸੁਰਜੀਤ ਠਾਕੁਰ ਜੀ ਦੇ ਆਪਣਾ ਮਨਘੜੰਤ ਸਟਾਈਲ ਹੈ ਤੇ ਆਪਣਾ ਹੀ ਤਰੀਕਾ ਹੈ। ਮੇਰੇ ਖਿਆਲ 'ਚ ਪਹਿਲਾਂ ਜਿਹਨੂੰ ਵੀ ਪੀਆਈਯੂ ਬਣਾਇਆ ਜਾਂਦਾ ਹੈ ਨਾ, ਉਹਨਾਂ ਨੂੰ ਆਰਟੀਆਈ ਐਕਟ ਪੜ੍ਹਾਉਣਾ ਚਾਹੀਦਾ ਹੈ, ਸਿਖਾਉਣਾ ਚਾਹੀਦਾ, ਦੱਸਣਾ ਚਾਹੀਦਾ ਹੈ। ਵੈਸੇ ਜੇ ਨੀਅਤ ਬਦਨੀਤੀ ਹੋ ਜੇ ਫਿਰ ਤਾਂ ਕੁਝ ਕਹਿ ਨਹੀਂ ਸਕਦੇ। ਸਵਾਲ ਹੋਰ ਬਾਕੀ ਹੈਗਾ ਕੋਈ? ਜਵਾਬ ਦੇਣਾ ਜਿਹੜਾ ਤੁਸੀਂ ਕਹਿੰਦੇ ਪੜਾਉਣਾ ਚਾਹੀਦਾ, ਦੱਸਣਾ ਚਾਹੀਦਾ ਹੈ। ਅਸਲ ਦੇ ਵਿੱਚ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਯੂਨੀਵਰਸਿਟੀ ਦੀਆਂ ਨਿਯੁਕਤੀਆਂ ਦੇ ਵਿੱਚ ਇੰਨੀ ਖੇਰਾਫੇਰੀ, ਇੰਨੇ ਕੁ ਘਪਲੇ ਘੁਟਾਲੇ ਹੁੰਦੇ ਨੇ ਕਿ ਜੇ ਕਿਸੇ ਬੰਦੇ ਨੂੰ ਇਹ ਚੀਜ਼ ਆਂਦੀ ਹੋਏਗੀ ਉਹ ਉਹਨੂੰ ਨਹੀਂ ਰੱਖਣਗੇ ਤੇ ਜਿਹਨੂੰ ਰੱਖਿਆ ਉਹਨੂੰ ਸਿਖਾਉਣ ਦੀ ਕੀ ਲੋੜ ਹੈ? ਸਮਾਜ ਦੇ ਵਿੱਚ ਕਾਬਲ ਪੜ੍ਹੇ ਲਿਖੇ ਬੰਦਿਆਂ ਦੀ ਕੋਈ ਕਮੀ ਨਹੀਂ ਹੈ ਜਿਹੜੇ ਯੂਨੀਵਰਸਿਟੀ ਨੂੰ ਅਪਲਾਈ ਕਰਦੇ ਨੇ। ਉਹਨਾਂ ਨੂੰ ਬਜਾਏ ਕਿ ਇੱਕ ਅਨਨੌਲੇਜੇਬਲ ਜਾਂ ਬਿਨਾਂ ਜਾਣਕਾਰੀ ਵਾਲੇ ਬੰਦੇ ਨੂੰ ਰੱਖ ਕੇ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ, ਟ੍ਰੇਨਡ ਬੰਦੇ ਹੀ ਬਹੁਤ ਹੈ, ਉਹਨਾਂ ਨੂੰ ਕਿਉਂ ਨਾ ਰੱਖ ਲਿਆ ਜਾਵੇ? ਪਰ ਰੱਖਣੇ ਤਾਂ ਚਹੇਤੇ ਨੇ ਨਾ, ਰੱਖਣੇ ਤਾਂ ਗਰਵੀ ਸ਼ਰਮਾ ਵਰਗੇ ਨੇ ਨਾ, ਜਿਨ੍ਹਾਂ ਨੂੰ ਜੋ ਐਲੀਜੀਬਲ ਵੀ ਨਹੀਂ ਹੈਗੇ। ਸਵਾਲ ਕੋਈ ਹੋਰ ਬਾਕੀ ਹੈਗਾ ਆਰਟੀਆਈ ਦੇ ਵਿੱਚ? ਇੱਕ ਲਾਸਟ ਸਵਾਲ ਸੀ, ਉਹ ਸੀ ਕਿ ਜੋ ਵੀ ਮੰਗੀ ਗਈ ਜਾਣਕਾਰੀ ਹੈ ਇਹ ਗਵਰਨਿੰਗ ਬਾਡੀ ਦੇ ਮੈਂਬਰ ਜਾਂ ਰੈਗੂਲੇਸ਼ਨ, ਕੀ ਇਹਨਾਂ ਦੇ ਵਿੱਚ ਕੋਈ ਵੀ ਜਾਣਕਾਰੀ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਵੈਬਸਾਈਟ ਤੇ ਪਾ ਕੇ ਸੂਓ ਮੋਟੋ ਯਾਨੀ ਕਿ ਆਪਣੇ ਆਪ ਲੋਕਾਂ ਦੇ ਅੱਗੇ ਰੱਖੀ ਹੈ? ਆਨਸਰ ਹੋਣਾ ਚਾਹੀਦਾ ਸੀ ਕਿ ਨਹੀਂ, ਅਸੀਂ ਇਹ ਜਾਣਕਾਰੀ ਜਾਂ ਕੋਈ ਵੀ ਜਾਣਕਾਰੀ ਵੈਬਸਾਈਟ ਤੇ ਅਜਿਹੀ ਜਾਣਕਾਰੀ ਨਹੀਂ ਪਾਉਂਦੀ ਜਿਹਦੇ ਨਾਲ ਕਰਪਸ਼ਨ ਲੱਗੀ ਹੋਵੇ, ਜਾਂ ਪਾਈ ਹੈ। ਤਾਂ ਆਨਸਰ ਆ ਰਿਹਾ ਹੈ ਪੀਆਈਯੂ ਦਾ ਨਾਟ ਅਵੇਲੇਬਲ। ਵੈਬਸਾਈਟ ਤੁਹਾਡੀ ਹੈ,
ਇਨਫੋਰਮੇਸ਼ਨ ਤੁਸੀਂ ਪਾਉਣੀ ਹੈ, ਪਾਈ ਹੈ ਜਾਂ ਨਹੀਂ ਪਾਈ ਹੈ ਤੁਹਾਨੂੰ ਪਤਾ ਹੈ। ਨਾਟ ਅਵੇਲੇਬਲ ਦਾ ਕੀ ਮਤਲਬ? ਇਹਦਾ ਮਤਲਬ ਹੈ ਕਿ ਇਹਨਾਂ ਨੂੰ ਸਵਾਲ ਸਮਝ ਆਉਣ ਦੇ ਬਾਵਜੂਦ ਵੀ ਇਹਨਾਂ ਦੀ ਨੀਅਤ ਨੇ ਇਹਨਾਂ ਨੂੰ ਅਲਾਉ ਨਹੀਂ ਕੀਤਾ ਵੀ ਸੱਚ ਬੋਲ। ਇਹਨਾਂ ਨੂੰ ਇਹ ਬੋਲਿਆ ਵੀ ਭਾਈ ਸਾਹਿਬ ਫਸੇਗਾ ਤੇ ਐ ਨਾ ਹੋਵੇ ਕੋਈ ਹੋਰ ਤੇਰੇ ਕੋਈ ਕਾਰਨਾਮੇ ਬੇਨਕਾਬ ਹੋ ਜਾਣ, ਤੂੰ ਭੰਬਲ ਭੂਸੇ 'ਚ ਪਾ ਦੇ। ਹਾਂ, ਕਿ ਇਨਫੋਰਮੇਸ਼ਨ ਦੇ ਕੇ ਤੇ ਘਪਲੇ ਘੁਟਾਲਿਆਂ ਦਾ ਪਰਦਾਫਾਸ਼ ਹੋਣ ਦੀ ਬਜਾਏ ਹੈ ਕਿ ਜਾਣਕਾਰੀ ਨਾ ਦਿਓ, ਜਿੰਨਾ ਕੁ ਜਲੂਸ ਨਿਕਲਣਾ ਨਾ ਦੇ ਨਾਲ ਨਿਕਲ ਜਾਏਗਾ। ਘੱਟੋ ਘੱਟ ਘਪਲੇ ਘੁਟਾਲੇ ਤਾਂ ਬਾਹਰ ਨਹੀਂ ਆਉਣਗੇ। ਚਲੋ ਖੈਰ ਅੱਗੇ ਵਧਾਂਗੇ, ਲੇਕਿਨ ਸਰ ਅਸੀਂ ਵੀ ਇੱਕ ਵਾਰ ਗੱਲ ਕਰੀਏ ਤਾਂ ਇਹ ਸੀ ਸਿੰਗਲਾ ਸਾਹਿਬ ਦੀ ਆਰਟੀਆਈ ਦੇ ਉੱਤੇ ਆਏ ਬੇਤੁਕੇ ਜਵਾਬ ਕਿਸ ਵੱਲੋਂ? ਸੁਰਜੀਤ ਸਿੰਘ ਠਾਕੁਰ ਪੀਆਈਓ ਤੇ ਡਿਪਟੀ ਰਜਿਸਟਰਾਰ ਕਾਲਜਿਸ ਬ੍ਰਾਂਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਖੈਰ ਅਸੀਂ ਸੋਚਿਆ ਹੋ ਸਕਦਾ ਹੈ ਵੀ ਸਿੰਗਲਾ ਸਾਹਿਬ ਦੇ ਨਾਲ ਕੋਈ ਨਾਰਾਜ਼ਗੀ ਹੋਵੇ, ਇਸ ਕਰਕੇ ਉਹਨਾਂ ਨੂੰ ਜਵਾਬ ਬੇਤੁਕੇ ਦਿੱਤੇ ਗਏ ਨੇ, ਵਾਹੀਆਤ ਜਵਾਬ ਦਿੱਤੇ ਗਏ ਨੇ ਆਰਟੀਆਈ ਦੇ ਵਿੱਚ। ਅਸੀਂ ਪੁੱਛ ਲੈਂਦੇ ਹਾਂ ਤੇ ਅਸੀਂ ਫੋਨ ਕੀਤਾ ਡਿਪਟੀ ਰਜਿਸਟਰਾਰ ਸੁਰਜੀਤ ਸਿੰਘ ਠਾਕੁਰ ਜੀ ਨੂੰ, ਜੋ ਕਿ ਕਾਲਜਿਸ ਬ੍ਰਾਂਚ ਦੇ ਵਿੱਚ ਡਿਪਟੀ ਰਜਿਸਟਰਾਰ ਦੇ ਅਹੁਦੇ ਤੇ ਬੈਠੇ ਨੇ ਤੇ ਪੀਆਈਓ ਵੀ ਨੇ। ਉਹਨਾਂ ਨੇ ਕੀ ਕੁਝ ਕਿਹਾ ਹੈ, ਇੱਕ ਵਾਰ ਤੁਸੀਂ ਸਾਰੀ ਗੱਲਬਾਤ ਜ਼रूर सुनो, फिर आगे बढ़ाएंगे। हाँ जी सुरजीत ठाकुर जी। जी बोल रहा हूँ। हाँ जी सर गुड आफ्टरनून, ठाकुर अमनदीप सिंह बात कर रहा हूँ सर, जर्नलिस्ट द खबरसार से। कैसे हैं सर? बढ़िया जी। मैंने कुछ आरटीआई पढ़ी और उनके रिप्लाई पढ़े जो आपकी तरफ से दिए गए थे। ओके। हाँ जी, तो मेरे आपके ब्रांच को लेकर कुछ सवाल थे जो मैं आपसे पूछना चाहता हूँ। सर ऐसे है ना, आप देखो, यू आर नॉट अंडरस्टैंडिंग द सिंपल थिंग। जी। देयर इज अ प्रोसीजर व्हिच हैज बीन डिफाइंड। इफ यू आर नॉट सेटिस्फाइड विद आंसर्स ऑफ पीआईओ, यू कैन रेज द इशू विद द एपिलेट अथॉरिटी। मैं आप मेरी बात ही नहीं समझ रहे हैं। मैं कह रहा हूँ ना, मैं यार आई एम नॉट एबल टू अंडरस्टैंड व्हाट आर यू आर ट्राइंग टू आस्क फ्रॉम मी। डाल रहा हूँ, मैं सिर्फ ये जानना चाह रहा हूँ। तो आप आरटीआई के बारे में तो पूछ रहे हो। आरटीआई के बारे में नहीं पूछ रहा, मैं आपकी वर्किंग के बारे में जानना चाह रहा था। मैं आप समझने के तो है ना, आप तो कहीं और जा रहे हैं। आप मेरी बात तो समझिए। मैंने आपका वर्जन लेने के लिए फोन किया है कि ऐसा कौन सा ऑफिसर है जो कस्टोडियन है एफिलिएटेड कॉलेजेस के रिकॉर्ड का आपके यहाँ पे कॉलेज ब्रांच में। हाँ जी, कौन है वो ऑफिसर जो रिकॉर्ड किस चीज के लिए, किस पर्पज के लिए? सर जो एफिलिएटेड कॉलेजेस का रिकॉर्ड होता है। अरे बाबा, कोई तो एफिलिएटेड कॉलेज इज नॉट अ सिंगल सब्जेक्ट। हाँ जी, देयर आर मल्टीपल सब्जेक्ट इन दैट। आप बताइए किस चीज के लिए कुछ चाहिए आपको? सर एफिलिएशन को लेकर भी क्या मैं कह रहा हूँ देयर आर मल्टीपल सब्जेक्ट्स विद रिगार्ड टू एफिलिएशन। सर एफिलिएशन को लेकर के फाइल किसके पास आती है? अमनदीप जी, एफिलिएशन को लेकर फाइल किसके पास आती है? मैं आपको बताना शुरू करूंगा ना, देयर विल बी अ लिस्ट ऑफ 31 थिंग्स व्हिच आर डिफरेंटली हैंडल्ड बाय पीपल। सर ऐसे करिए, रेगुलेशन 2A और रेगुलेशन 15A के बारे में मुझे बता दीजिए। रेगुलेशन 2A, कैन यू कम ओवर वन डे with the permission of the authorities, with the DPR? सर मुझे आपको चाहिए मुझे ऐसे बता दीजिए सर, परमिशनों के चक्कर में तो यार आई एम नॉट फ्री टू टेल यू दिस थिंग राइट नाउ। आप बताइए, मैं आई माइट बी बिजी विद सम अदर जॉब। सर आप मुझे टाइम बता दीजिए, आई विल कॉल यू। हाँ तो आप देख लेंगे, मैं आई विल गिव यू कॉल फॉर दैट। नहीं देख ही लेंगे, मुझे बता दीजिए, मैं भी टाइम निकालूंगा। आई विल गिव यू कॉल, आई हैव टू सी माय अवेलेबिलिटी। आप मेरे को ऐसे फोर्स कर रहे हो कि जैसे मैं अभी आपको सारी चीजें बता दूं। मैं अभी कह रहा हूँ, आप बात ही नहीं समझ रहे हैं, आप तो कहीं और चले जाते हैं। मैं कह रहा हूँ मुझे टाइम बता दीजिए। अरे बाबा, maybe I am wrong. I am not unable to understand, Amandeep ji. Yes. You can send in a request, whatever you want. We will prepare the data and we will, with the permission of the authority, we will give it to you. Sir, I am just asking you regulation 2 and regulation 15. What I am saying, you give us a requirement, we will take the permission of the authorities and will supply to you. Don't worry. What else? Sir, मैं आरटीआई दोनों डाल रहा हूँ, मैं तो पूछ रहा हूँ। नहीं, वैसे भी ले सकते हो आप, क्यों नहीं ले सकते? संविधान से ऊपर हो गए हो क्या? सर आप करप्शन को शेल्टर करेंगे, कब तक करेंगे? चलो, I am recording it. Let's take it that way. You can talk to Professor Sanjay Kaushik. He is my boss. If he says, I will provide everything to you. And you are running away from the questions. No, I am not running away. I am not authorized to answer. I am not authorized to answer. As per regulation, I am not authorized to answer. लेते हो, पब्लिक ऑफिसर हो आप? अरे बाबा, I am not authorized to answer. हमारी रेगुलेशन पढ़ लेना आप। हाँ, मैं वही कह रहा हूँ, रेगुलेशन 2A क्या कहती है? रेगुलेशन 2A रेगुलेशन 15 बता दीजिए मुझे क्या कहती है? अरे बाबा, जब मैं बोल रहा हूँ, आप अपने प्रोफेसर संजय कौशिक जी से बात कर लीजिए। ही विल एलैबोरेट ऑन दिस। आपने पढ़ा है रेगुलेशन 2A का? नहीं पढ़ा? नहीं, मैंने तो कुछ भी नहीं पढ़ा सर। ताइसन सुरजीत सिंह ठाकुर जी पीआईयू ਤੇ ਡਿਪਟੀ ਰਜਿਸਟਰਾਰ ਕਾਲਜਿਸ ਬ੍ਰਾਂਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜੋ ਪਹਿਲਾਂ ਆਰਟੀਆਈ ਦੀਆਂ ਧੱਜੀਆਂ ਉਡਾਉਂਦੇ ਨੇ ਤੇ ਫਿਰ ਸਾਡੇ ਸਵਾਲਾਂ ਤੋਂ ਵੀ ਕੋਹਾਂ ਦੂਰ ਭੱਜ ਜਾਂਦੇ ਨੇ, ਜਿਸ ਤੋਂ ਇਹ ਲੱਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ, ਸਗੋਂ ਇਹ ਦਾਲ ਹੀ ਕਾਲੀ ਹੈ। ਸਿੰਗਲਾ ਸਾਹਿਬ, ਕਾਰਨ ਕੀ ਹੈ ਪੀਆਈਓ ਨੇ ਸੁਰਜੀਤ ਸਿੰਘ ਠਾकुर ਇਹ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇਣਾ ਚਾਹ ਰਹੇ?
ਕਿਉਂ ਇਹ ਸੱਚਾਈ ਨੂੰ ਛੁਪਾ ਰਹੇ ਨੇ? ਉਹ ਇਸ ਕਰਕੇ ਕਿਉਂਕਿ ਜਿਹੜੇ ਮਿਸਟਰ ਸੁਰਜੀਤ ਸਿੰਘ ਠਾਕੁਰ ਨੇ ਇਹ ਬਤੌਰ ਡਿਪਟੀ ਰਜਿਸਟਰਾਰ ਇਸ ਬ੍ਰਾਂਚ ਦੇ ਪ੍ਰਸ਼ਾਸਨਿਕ ਹੈੱਡ ਨੇ, ਇਸ ਨੂੰ ਚਲਾ ਰਹੇ ਨੇ ਤੇ ਬਤੌਰ ਸੂਚਨਾ ਅਧਿਕਾਰੀ ਇਨਫੋਰਮੇਸ਼ਨ ਦੇਣੀ ਹੈ। ਕਿਉਂਕਿ ਜੇ ਕਾਲਜਸ ਦੇ ਰਿਕਾਰਡ ਯੂਨੀਵਰਸਿਟੀ ਨੂੰ ਨਹੀਂ ਜਮ੍ਹਾਂ ਕਰਾਉਂਦੇ ਜਾਂ ਉਹਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਜਾਂ ਹੇਰਾਫੇਰੀ ਹੈ ਤਾਂ ਉਹ ਸਾਰੀ ਇਹਨਾਂ ਨੇ ਇਨਸ਼ੋਰ ਕਰਨੀ ਹੁੰਦੀ ਹੈ ਕਿ ਉਹ ਰੂਲ ਦੇ ਮੁਤਾਬਕ ਹੋਵੇ। ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਕਿਤੇ ਨਾ ਕਿਤੇ ਦੋਸ਼ ਹੈ ਤੇ ਉਹ ਇਹਨਾਂ ਦੇ ਦੋਸ਼ ਸਾਹਮਣੇ ਆਏਗਾ, ਇਸ ਕਰਕੇ ਬਤੌਰ PIO ਸੂਚਨਾ ਛੁਪਾ ਰਹੇ ਨੇ। ਔਰ ਦੂਸਰੀ ਗੱਲ ਇਹ ਵੀ ਹੈ ਕਿ ਇਹਨਾਂ ਤੋਂ ਉੱਪਰ ਪੋਸਟ ਹੈ ਇੱਕ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਜਿਹੜੀ ਕਿ ਸਿਲੈਕਸ਼ਨ ਦੀ ਪੋਸਟ ਹੈ, ਜਿਹੜੀ ਕਿ ਐਡਵਰਟਾਈਜ਼ਮੈਂਟ ਦੇ ਕੇ ਦੇਸ਼ ਦੇ ਕਾਬਲ ਲੋਕਾਂ ਦੀ ਨਿਯੁਕਤੀ ਜਿਸ ਪੋਸਟ ਤੇ ਹੋਣੀ ਹੁੰਦੀ ਹੈ, ਇਹਨਾਂ ਨੇ 5-7 ਸਾਲਾਂ ਤੋਂ ਉਹ ਖਾਲੀ ਰੱਖੀ ਹੈ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਟੀਚਰ ਨੂੰ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਬੜੀ ਥੋੜੀ ਜਿਹੀ ਜ਼ਿੰਮੇਵਾਰੀ ਹੁੰਦੀ ਹੈ। ਸੋ ਪਰਮਾਨੈਂਟ ਤੌਰ ਤੇ, ਸਥਾਈ ਤੌਰ ਤੇ ਇਹਨਾਂ ਸਾਰੇ ਕਾਗਜ਼ਾਂ ਨੂੰ ਡਿਪਟੀ ਰਜਿਸਟਰਾਰ ਕਾਲਜਸ ਬ੍ਰਾਂਚ ਹੀ ਹੈਂਡਲ ਕਰਦੇ ਨੇ ਤੇ ਉਹਨਾਂ ਦੇ ਕਸਟਡੀ 'ਚ ਨੇ। ਤਾਂ ਕੁੱਲ ਮਿਲਾ ਕੇ ਜ਼ਿੰਮੇਵਾਰੀ ਕਿਉਂਕਿ ਇਹਨਾਂ ਦੀ ਆ ਜਾਂਦੀ ਹੈ, ਇਸੇ ਕਰਕੇ ਇਹਨਾਂ ਨੂੰ ਇਹ ਸੂਚਨਾ ਛੁਪਾਉਣੀ ਪਈ। ਹਾਲਾਂਕਿ ਇਸ ਤੋਂ ਬਾਅਦ ਅਸੀਂ ਡੀਸੀ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਸੰਜੇ ਕੌਸ਼ਿਕ ਜੀ। ਉਸ ਤੋਂ ਬਾਅਦ ਅਸੀਂ ਗੱਲ ਕੀਤੀ YP ਵਰਮਾ ਜੀ ਜੋ ਰਜਿਸਟਰਾਰ ਨੇ। ਰਜਿਸਟਰਾਰ ਸਾਹਿਬ ਨੇ फ़ोन नहीं ਚੱਕੇ, ਪਹਿਲਾਂ ਫਿਰ फ़ोन ਚੱਕਿਆ ਸਾਡਾ, ਫਿਰ ਕਹਿੰਦੇ ਮੈਂ ਹਾਲੇ ਮੀਟਿੰਗ 'ਚ ਹੈ, ਫਿਰ ਗੱਲ ਕਰਾਂਗੇ। ਮੈਂ ਸਮਾਂ ਲਿਆ, ਅਗਲੇ ਦਿਨ ਦਾ ਸਮਾਂ ਦਿੱਤਾ ਜਦੋਂ ਮੈਂ ਗੱਲ ਕੀਤੀ ਸੀ। ਅਗਲੇ ਦਿਨ ਮੈਂ फ़ोन ਕੀਤੇ, ਇੱਕ ਨਹੀਂ ਕੀਤਾ ਕਈ ਕੀਤੇ, ਮੁੜ ਕੇ ਉਹਨਾਂ ਨੇ ਵੀ फ़ोन ਨਹੀਂ ਚੱਕਿਆ, ਯਾਨੀ ਕਿ YP ਵਰਮਾ ਜੀ ਨੇ ਵੀ फ़ोन ਨਹੀਂ ਚੱਕਿਆ। ਰਜਿਸਟਰਾਰ ਸਾਹਿਬ ਨੇ ਨਾ ਤਾਂ ਜਵਾਬ ਦੇ ਰਹੇ ਨੇ, ਭੱਜ ਗਏ ਸੁਰਜੀਤ ਸਿੰਘ ਠਾਕੁਰ, ਨਾ ਤਾਂ ਸੁਰਜੀਤ ਸਿੰਘ ਠਾਕੁਰ ਜਵਾਬ ਦੇ ਰਹੇ ਨੇ, ਨਾ ਸੰਜੇ ਕੌਸ਼ਿਕ ਜੀ ਨੇ फ़ोन ਚੁੱਕਿਆ ਹੈ ਤੇ ਨਾ ਰਜਿਸਟਰਾਰ ਸਾਹਿਬ ਨੇ ਕਹਿ ਕੇ ਵੀ ਜਵਾਬ ਦਿੱਤਾ, ਕਹਿ ਕੇ ਵੀ फ़ोन ਨਹੀਂ ਚੱਕਿਆ ਉਹਨਾਂ ਨੇ। ਪਰ ਇਸ ਦਾ ਹੱਲ ਕੀ ਹੈ, ਬਣੇਗਾ ਕੀ ਇਸ ਦਾ? ਇਹਦਾ ਦੇਖੋ ਕਾਨੂੰਨੀ ਇਲਾਜ ਤਾਂ ਸਿਰਫ ਇਹ ਹੈ ਕਿ ਜੋ ਜਵਾਬ ਦਿੱਤੇ ਨੇ ਉਹਦੇ ਖਿਲਾਫ RTI ਕਾਨੂੰਨ ਦੇ ਮੁਤਾਬਕ ਅਸੀਂ ਫਸਟ ਅਪੀਲ ਪਾ ਸਕਦੇ ਹਾਂ। ਪਾਉਂਗੇ? ਹਾਂ, ਉਹ ਫਸਟ ਅਪੀਲ ਮੈਂ ਪਾਤੀ ਹੈ ਤੇ ਉਹਦੀ ਸੁਣਵਾਈ 21 ਜੁਲਾਈ ਨੂੰ ਹੋਣੀ ਹੈ। ਰਜਿਸਟਰਾਰ ਕੋਲ ਰਜਿਸਟਰਾਰ ਆਪਣਾ ਐਪੀਲੇਟ ਅਥਾਰਟੀ ਨੇ ਪੰਜਾਬ ਯੂਨੀਵਰਸਿਟੀ ਦੀ, YP ਵਰਮਾ ਜੀ। YP ਵਰਮਾ ਜੀ। ਸਿਰ ਪਰ YP ਵਰਮਾ ਜੀ ਨੇ ਤਾਂ फ़ोन ਹੀ ਨਹੀਂ ਚੱਕਿਆ, ਰਜਿਸਟਰਾਰ ਸਾਹਿਬ ਨੇ ਕਹਿ ਕੇ फ़ोन ਨਹੀਂ ਚੱਕਿਆ, ਕੀ ਉਹ ਇਨਸਾਫ ਕਰਨਗੇ? ਹਾਂ, ਇਸੇ ਤੋਂ ਇਹ ਲੱਗਦਾ ਹੈ ਕਿ ਉਹਨਾਂ ਕੋਲ ਫਸਟ ਅਪੀਲ ਦੀ ਸੁਣਵਾਈ ਹੋਣੀ ਹੈ 21 ਜੁਲਾਈ ਨੂੰ ਤੇ ਜਾਂ ਤਾਂ ਉਹ PIO ਦੁਆਰਾ ਦਿੱਤੇ ਹੋਏ ਜਵਾਬਾਂ ਤੇ ਮੋਹਰ ਲਾ ਦੇਣਗੇ ਕਿ ਜੋ ਕੁਝ ਕਿਹਾ ਉਹ ਠੀਕ ਹੈ, ਜਿਵੇਂ ਕਿ ਉਹ ਅਕਸਰ ਪਿਛਲੇ ਸਾਰੇ ਹੀ ਫੈਸਲਿਆਂ ਦੇ ਵਿੱਚ ਕਰਦੇ ਆ ਰਹੇ ਨੇ, ਜਾਂ ਉਹ ਕਾਰਵਾਈ ਵੀ ਕਰ ਸਕਦੇ ਨੇ। ਪਰ ਉਮੀਦ ਇਹ ਹੈ ਕਿ ਉਹ ਪਿਛਲੇ ਆਪਣੇ ਸਾਰੇ ਫੈਸਲਿਆਂ ਦੇ ਮੁਤਾਬਕ ਇਹਨਾਂ ਦੀ ਕਾਰਗੁਜ਼ਾਰੀ ਤੇ ਹੀ ਮੋਹਰ ਲਾਉਣਗੇ। ਉਹ ਇਸ ਕਰਕੇ ਵੀ ਕਿਉਂਕਿ ਜਦ ਤੱਕ ਰਜਿਸਟਰਾਰ ਦੀ ਪੋਸਟ ਤੇ ਸਿਲੈਕਸ਼ਨ ਦੇ ਰਾਹੀਂ ਕੋਈ ਕੈਂਡੀਡੇਟ ਨਹੀਂ ਭਰਿਆ ਜਾਂਦਾ, ਤਦ ਤੱਕ ਓਵਲਾਈਜ਼ ਕੀਤੇ ਗਏ ਚਹੇਤੇ ਟੀਚਰ ਜੋ ਰਜਿਸਟਰਾਰ ਦਾ ਕੰਮ ਕਰ ਰਹੇ ਨੇ, ਉਹ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ RTI ਦੇ ਤਹਿਤ ਆਪਣੇ ਫੈਸਲਿਆਂ ਦੇ ਵਿੱਚ ਕਾਨੂੰਨ ਦੀਆਂ ਉਵੇਂ ਹੀ ਧੱਜੀਆਂ ਉਡਾਉਂਦੇ ਰਹਿਣਗੇ ਜਿਵੇਂ ਕਿ ਯੂਨੀਵਰਸਿਟੀ ਦੇ ਸੂਚਨਾ ਅਧਿਕਾਰੀ ਉਡਾ ਰਹੇ ਨੇ। ਸਰ ਫਿਰ ਇਸ ਦਾ ਅੰਤ ਕੀ ਹੋਣਾ ਹੈ? ਇਸ ਮਾਮਲੇ ਦਾ ਕੋਈ ਅੰਤ ਦੇਖਦੇ ਹੋ ਤੁਸੀਂ? ਵੈਸੇ ਤਾਂ ਅਸੀਂ ਕਾਨੂੰਨ ਦੇ ਮੁਤਾਬਕ ਇਹਦੀ ਸੈਕੰਡ ਅਪੀਲ ਵੀ ਪਾਵਾਂਗੇ ਸੈਕੰਡ ਇਨਫੋਰਮੇਸ਼ਨ ਕਮਿਸ਼ਨ ਕੋਲ, ਪਰ ਅੰਤ ਤਾਂ ਭ੍ਰਸ਼ਟਾਚਾਰੀਆਂ ਦਾ ਮਾੜਾ ਹੀ ਹੁੰਦਾ, ਸਿਰਫ ਦੇਰ ਲੱਗਦੀ ਹੈ, ਤਦ ਤੱਕ ਉਡੀਕ ਕਰਨੀ ਪਏਗੀ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਐਸਐਨ ਡਾਕਟਰ RK ਸਿੰਗਲਾ ਜੀ। ਇਹ ਤਾਂ ਮੈਂ ਸ਼ੁਰੂਆਤ ਹੈ ਕਿਵੇਂ ਸੁਰਜੀਤ ਸਿੰਘ ਠਾਕੁਰ ਵੱਲੋਂ RTI ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਇਸ ਤੋਂ ਬਾਅਦ ਅਸੀਂ ਹੋਰ ਰਿਪੋਰਟਸ ਲੈ ਕੇ ਆਵਾਂਗੇ ਇਸੇ ਮਾਮਲੇ ਤੇ, ਕਿਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਵੱਖ-ਵੱਖ PIO RTI ਦੀਆਂ ਧੱਜੀਆਂ ਉਡਾ ਰਹੇ ਨੇ ਤੇ ਇਹ ਸਿਲਸਿਲਾ ਉਦੋਂ ਤੱਕ ਬਦਸਤੂਰ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠੇ ਸਾਰੇ ਭ੍ਰਿਸ਼ਟਾਚਾਰੀਆਂ ਨੂੰ, ਚਾਹੇ ਉਹ ਹੇਠਲੇ ਪੱਧਰ ਤੇ ਹੋਵੇ ਚਾਹੇ ਉੱਚ ਅਧਿਕਾਰੀ ਹੋਵੇ, ਉਹਨਾਂ ਨੂੰ ਅਸੀਂ ਜਨਤਾ ਦੀ ਕਚਹਿਰੀ ਦੇ ਵਿੱਚ ਬੇਨਕਾਬ ਨਹੀਂ ਕਰਦੇ, ਨੰਗਾ ਨਹੀਂ ਕਰਦੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ ਦੇ ਖਬਰਸਾਰ, ਚੰਡੀਗੜ੍ਹ।